ਪ੍ਰਾਈਮ ਏਸ਼ੀਆ ਟੀਵੀ ਵੇਖਣ ਸੁਣਨ ਵਾਲਿਆਂ ਦਾ ਮੈਂ ਸੁਪਨ ਸੰਧੂ ਬਹੁਤ ਸਵਾਗਤ ਕਰਦਾ। ਨਾਜ਼ਰੀਨ, ਸਾਡੀ ਇਹ ਖੁਸ਼ਨਸੀਬੀ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਬਹੁਤ ਹੀ ਚਰਚਿਤ ਤੇ ਨਾਲ ਦੀ ਨਾਲ ਮੈਂ ਕਹਾਂਗਾ ਕਿ ਇੱਕ ਵਿਵਾਦਿਤ ਪਰਸਨੈਲਿਟੀ ਹਾਜ਼ਰ ਹੈ। ਉਹ ਇੱਕ ਬਹੁਤ ਵੱਡੇ ਦਾਨਿਸ਼ਵਾਰ ਨੇ, ਲੇਖਕ ਨੇ ਔਰ ਇੱਕ ਚਰਚਿਤ ਤੇ ਵਿਵਾਦਿਤ ਪੱਤਰਕਾਰ ਵੀ ਨੇ। ਉਹਨਾਂ ਦਾ ਨਾਂ ਹੈ ਜੀ ਜਨਾਬ ਤਾਰਿਕ ਫਤਿਹ। ਉਹ ਪੈਦਾ ਤਾਂ ਪਾਕਿਸਤਾਨ ਵਿੱਚ ਹੋਏ ਤੇ ਪਿਛਲੇ ਕੁਝ ਸਾਲਾਂ ਤੋਂ ਇਹ ਕੈਨੇਡਾ ਦੇ ਵਿੱਚ ਰਹਿ ਰਹੇ ਨੇ। ਅੱਜ ਇਹਨਾਂ ਦੀ ਸਾਰੀ ਸ਼ਖਸੀਅਤ ਬਾਰੇ ਤੇ ਜਿਹੜੀ ਇਹਨਾਂ ਦੀ ਕੰਟਰੋਵਰਸ਼ੀਅਲ ਜਿਹੜੀ ਵਿਵਾਦਿਤ ਪਰਸਨੈਲਿਟੀ ਹੈ ਇਹ ਕਿਉਂ ਆ ਤੇ ਇਹਨਾਂ ਦੇ ਜਿਹੜੇ ਇਹ ਬੇਬਾਕ ਵਿਚਾਰ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਆਓ ਜੀ, ਸਭ ਤੋਂ ਪਹਿਲਾਂ ਤਾਂ ਜਨਾਬ ਤਾਰਿਕ ਫਤਿਹ ਉਹਨਾਂ ਦਾ ਪ੍ਰਾਈਮ ਏਸ਼ੀਆ ਸਟੂਡੀਓ ਦੇ ਵਿੱਚ ਅਦਬ ਤੇ ਖਲੂਸ ਦੇ ਨਾਲ ਇਸਤਕਬਾਲ ਕਰਦੇ ਹਾਂ। ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ। ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ। ਔਰ ਸਭ ਤੋਂ ਪਹਿਲਾ ਸਵਾਲ ਤਾਰਿਕ ਜੀ ਮੇਰਾ ਇਹੋ ਹੀ ਹੈ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪੈਦਾ ਤੁਸੀਂ ਪਾਕਿਸਤਾਨ ਦੀ ਸਰਜ਼ਮੀਨ ਉੱਪਰ ਹੋਏ ਔਰ ਉਸ ਤੋਂ ਬਾਅਦ ਤੁਹਾਡਾ ਰਵੱਈਆ, ਤੁਹਾਡੇ ਵਿਚਾਰ ਬਿਲਕੁਲ ਮੁਖਤਲਿਫ ਨੇ। ਦੇਖੋ ਜੀ, ਮੈਂ ਇਕੱਲਾ ਬੰਦਾ ਨਹੀਂ ਹਾਂ ਜਿਹੜਾ ਗੱਲ ਕਰ ਰਿਹਾ। ਜਿਹੜਾ ਅਸਲੀ ਪਾਕਿਸਤਾਨ ਸੀ ਉਹ ਤੇ ਮਰ ਗਿਆ, ਮੁੱਕ ਗਿਆ 1971 ਵਿੱਚ ਜੀ। ਮੈਜੋਰਿਟੀ ਪਾਕਿਸਤਾਨੀ ਜਿਹੜੀ ਸਨ ਉਹ ਈਸਟ ਪਾਕਿਸਤਾਨ ਰਹਿੰਦੇ ਸਨ। ਉਹਨਾਂ ਦੀ ਬੋਲੀ ਬੰਗਲਾ ਸੀ, ਉਹਨਾਂ ਦੇ ਉੱਤੇ ਉਰਦੂ ਸੌਂਪੀ ਗਈ, ਫੌਜ ਭੇਜੀ ਗਈ, 30 ਲੱਖ ਬੰਦੇ ਮਾਰੇ ਤੇ ਪਾਕਿਸਤਾਨ ਤੇ ਮਰ ਗਿਆ ਜੀ ਦਸੰਬਰ 1971 ਵਿੱਚ। ਇਹ ਜਿਹੜਾ ਬਾਕੀ ਇਲਾਕਾ ਹੈ ਇਹ ਜਿਹਨੂੰ ਅੱਜ ਪਾਕਿਸਤਾਨ ਕਹਿੰਦੇ ਨੇ, ਨਾ ਪੰਜਾਬ ਵਿੱਚ ਮੁਸਲਿਮ ਲੀਗ ਜਿਨ੍ਹਾਂ ਸਾਹਿਬ ਦੀ ਗਵਰਨਮੈਂਟ ਸੀ ਜੀ, ਸੂਬਾ ਸਰਹੱਦ ਜਿਹੜਾ ਸੀ ਉੱਥੇ ਬਾਚਾ ਖਾਨ ਜਿਹਨੂੰ ਫਰੰਟੀਅਰ ਗਾਂਧੀ ਕਹਿੰਦੇ ਆ, ਬਿਲਕੁਲ ਠੀਕ, ਕਾਂਗਰਸ ਦੀ ਗਵਰਨਮੈਂਟ ਸੀ। ਬਲੋਚਿਸਤਾਨ ਜਿਹੜਾ ਆਜ਼ਾਦ ਮੁਲਕ ਸੀ, ਅਲੱਗ ਹੀ ਮੁਲਕ ਸੀ। ਸਿੰਧ ਜਿਹੜਾ ਹੈ ਉਹਦੇ ਅੰਦਰ ਜਿਹੜਾ ਚੀਫ ਮਿਨਿਸਟਰ ਸੀ ਅੱਲਾ ਬਖਸ਼ ਉਮਰੋ ਕਾਂਗਰਸ ਦਾ, ਉਹਨੂੰ ਅਸੈਸੀਨੇਟ ਕੀਤਾ। ਬਾਅਦ ਵਿੱਚ ਇੱਕ ਵੋਟ ਤੋਂ ਲੈ ਕੇ ਸਿੰਧ ਵਿੱਚ ਜਿਨ੍ਹਾਂ ਸਾਹਿਬ ਦੀ ਗਵਰਨਮੈਂਟ ਬਣੀ ਤੇ ਉਹ GM ਸੈਯਦ ਸਨ। ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਜਿਹੜਾ ਗਲਤ ਡਿਸੀਜਨ ਮੈਂ ਲਿਆ ਨਾ ਜੀ ਉਹ ਸੀ ਕਿ ਮੈਂ ਜਿਨ੍ਹਾਂ ਸਾਹਿਬ ਦੀ ਗੱਲ ਮੰਨ ਲਈ। ਠੀਕ ਹੈ, ਕਿਉਂਕਿ ਜਿਹੜਾ ਰੈਜ਼ੋਲੂਸ਼ਨ ਸੀ ਮਾਰਚ 23, 1941 ਦਾ, ਉਹਦੇ 'ਚ ਗੱਲ ਹੋਈ ਸੀ ਮੁਸਲਿਮ ਸਟੇਟਸ, ਯਾਨੀ ਕਿ ਇੱਕ ਕੰਟਰੀ ਨਹੀਂ ਬਲਕਿ ਇਹ ਜਿਹੜੇ ਬੰਗਾਲ ਹੈ ਜਾਂ ਪੰਜਾਬ ਹੈ ਜਾਂ ਸੂਬਾ ਸਰਹੱਦ ਹੈ, ਸਿੰਧ ਹੈ, ਇਹ ਅਲੱਗ ਮੁਲਕ ਹੋਣਗੇ। ਉਹਦੇ ਬਾਅਦ ਜਾ ਕੇ ਉਹਨਾਂ ਨੇ ਜਿਨ੍ਹਾਂ ਸਾਹਿਬ ਨੇ ਸਿੰਧ ਨੂੰ ਹੀ ਖਤਮ ਕਰਾ ਦਿੱਤਾ। ਠੀਕ ਹੈ, ਬਲੋਚਿਸਤਾਨ ਤੇ ਫੌਜ ਭੇਜਤੀ ਜੀ, ਬੰਗਾਲ ਦਾ ਮੈਂ ਦੱਸ ਚੁੱਕਿਆ। ਤੇ ਫਿਰ ਕੀ ਰਹਿ ਗਿਆ ਪਾਕਿਸਤਾਨ ਦਾ ਜੀ? ਅਸੀਂ ਤੇ ਨਹੀਂ ਮੰਗਿਆ ਨਾ। ਅੱਛਾ, ਮੈਂ ਕਰਾਚੀ ਅਗਰ ਪੈਦਾ ਹੋਇਆ ਤੇ ਮੇਰਾ ਕਸੂਰ ਤੇ ਨਹੀਂ ਹੈ ਨਾ। ਮੈਂ ਤਾਂ ਜਿਹੜਾ 15 ਸਾਲ ਦੀ ਉਮਰ ਤੋਂ ਮੈਂ 1965 ਦੀ ਜੰਗ ਦੇ ਬਾਅਦ ਵੇਖਿਆ ਕਿ ਝੂਠ ਦੇ ਇਲਾਵਾ ਤੇ ਸਿਰਫ ਝੂਠ ਜੀ। ਇੱਕ ਸਾਈਡ ਤੇ ਤੁਸੀਂ ਇੰਡੀਆ ਦਾ ਮੋਟੋ ਹੈ ਕਿ ਸੱਚ ਔਰ ਸਿਰਫ ਸੱਚ, ਕਿ ਸੱਚ ਜੋ ਉੱਠਤਾ ਹੈ। ਮੈਂ ਭੁੱਲ ਰਿਹਾ ਇਸ ਵਕਤ ਕੀ ਮੋਟੋ ਇੰਡੀਆ ਦਾ, ਲੇਕਿਨ ਇਟ ਇਜ਼ ਬੇਸਡ ਔਨ ਟਰੂਥ। ਇਸ ਸਾਈਡ ਦੇ ਬਾਰਡਰ ਦੇ ਅੰਦਰ ਝੂਠ ਤੇ ਸਿਰਫ ਝੂਠ ਜੀ। ਤੁਸੀਂ ਇਹ ਸੋਚੋ ਕਿ ਪੂਰਾ ਪਾਕਿਸਤਾਨ ਦੇ ਉੱਤੇ ਤੁਸੀਂ ਉਰਦੂ ਜ਼ਬਾਨ ਇੰਡੀਆ ਤੋਂ ਲੈ ਕੇ ਨਾਫਿਜ਼ ਕੀਤੀ ਜੀ। 5% ਲੋਕੀ ਪਾਕਿਸਤਾਨ ਵਿੱਚ ਉਰਦੂ ਬੋਲਦੇ ਸਨ ਜੀ। ਜਿਨ੍ਹਾਂ ਨੂੰ ਸਿੰਧੀ ਜਾਂ ਪੰਜਾਬੀ ਸੀ, ਪੰਜਾਬ ਦੇ ਅੰਦਰ ਪੰਜਾਬੀ ਬੈਨ ਕੀਤੀ ਇਹਨਾਂ ਨੇ। ਠੀਕ ਹੈ, ਹਾਂ, ਸਿੰਧ 'ਚ ਸਿੰਧੀ ਬੈਨ ਕਰ ਦਿੱਤੀ। ਜਿਹੜਾ ਪਸ਼ਤੋ ਬੋਲੇ ਉਹਨੂੰ ਕਹਾਂ ਬੇਵਕੂਫ ਬੰਦਾ, ਪਤਾ ਨਹੀਂ ਕਿੱਥੋਂ ਪਠਾਨਾ ਆ ਗਿਆ। ਬੰਗਾਲੀਆਂ ਦਾ ਤੁਸੀਂ ਹੈਸ਼ਰ ਵੇਖ ਲਿਆ ਜੀ। ਤੇ ਇਹਦੇ 'ਚ ਬਾਕੀ ਕੀ ਰਹਿ ਗਏ ਜੀ? ਹੁਣ ਅੱਜ ਕੱਲ੍ਹ ਬਲੋਚਿਸਤਾਨ ਤੇ ਡੇਲੀ 15-20 ਬੱਚਿਆਂ ਦੀ ਲਾਸ਼ਾਂ ਮਿਲਦੀਆਂ ਨੇ, ਮਾਰ ਕੇ ਚੁੱਕ ਕੇ ਮਾਰ ਕੇ ਫਿਰ ਉਹਨੂੰ ਹੈਲੀਕਾਪਟਰਾਂ ਤੇ ਸੁੱਟ ਦਿੰਦੇ ਨੇ ਸੜਕਾਂ ਤੇ ਜੀ। ਤਾਰਿਕ ਸਾਹਿਬ, ਇੱਥੇ ਮੈਂ ਇੱਕ ਸਵਾਲ ਇਹ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਗੱਲ ਕਰਦੇ ਹੁੰਦੇ ਹੋ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹ ਮਾਫੀਆ ਹੈ, ਉਹਦਾ ਬੈਂਕਾਂ ਦੇ ਉੱਪਰ ਵੀ ਕਬਜ਼ਾ ਹੈ, ਅਨਾਜ ਦੇ ਉੱਪਰ ਵੀ ਕਬਜ਼ਾ ਹੈ, ਔਰ ਨਾਲ ਦੀ ਨਾਲ ਤੁਸੀਂ ਕਹਿੰਦੇ ਹੋ ਵੀ ਪਾਕਿਸਤਾਨ ਟੁੱਟ ਜਾਣਾ ਹੈ, ਬਲੋਚਿਸਤਾਨ ਨੇ ਵੀ ਅਲੱਗ ਹੋ ਜਾਣਾ ਹੈ, ਤੇ ਤੁਸੀਂ ਜੇ ਬਰਾਬਰਤਾ ਕਰਦੇ ਹੋ ਭਾਰਤ ਦੀ ਤੇ ਪਾਕਿਸਤਾਨ ਦੀ, ਤੇ ਜ਼ੁਬਾਨਾਂ ਤੇ ਉੱਥੇ ਵੀ ਮੁਖਤਲਿਫ ਨੇ। ਜਿਹੜੇ ਬੰਬ ਚੱਲਦੇ ਨੇ, ਦਹਿਸ਼ਤਗਰਦੀ ਹੈਗੀ ਏ, ਚਾਹੇ ਉਹ ਹੋਰ ਮੁਲਕਾਂ ਤੋਂ ਜਾਂ ਪਾਕਿਸਤਾਨ ਤੋਂ ਫੈਲਾਈ ਜਾਂਦੀ ਏ, ਉਹ ਭਾਰਤ ਦੇ ਵਿੱਚ ਵੀ ਹੈਗੀ ਏ। ਤੇ ਤੁਸੀਂ ਇਹ ਕਿਉਂ ਕਿ ਤੁਸੀਂ ਇਸਲਾਮ ਨੂੰ ਵੀ ਕਹਿੰਦੇ ਹੋ ਕਿ ਇਹ ਵੀ ਜਿਹੜਾ ਹੈ ਜੀ ਇਹ ਨਿਕਲਿਆ ਯਹੂਦੀਜ਼ਮ ਦੇ ਵਿੱਚੋਂ ਜਾਂ ਹਿੰਦੂਇਜ਼ਮ ਦੇ ਵਿੱਚੋਂ ਨਿਕਲਿਆ? ਦੇਖੋ ਨਾ, ਹਰ ਧਰਮ ਜਿਹੜਾ ਹੈ ਉਹਦਾ ਬੇਸ ਕੋਈ ਹੋਰ ਹੁੰਦਾ। ਠੀਕ ਹੈ, ਇਹ ਜਿਹੜਾ ਸਨਾਤਨ ਧਰਮ ਹੈ ਹਿੰਦੁਸਤਾਨ ਦਾ, ਉਹਦੀ ਫਾਊਂਡੇਸ਼ਨ ਹੈ ਨਾ 10,000 ਸਾਲ ਦੀ ਜੀ। ਜਿਹੜੀ ਕੁੰਭ ਮੇਲਾ ਤੁਸੀਂ ਮਨਾਉਂਦੇ ਹੋ ਜਾਂ ਬਨਾਰਸ ਜਿਹੜਾ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ, ਇਹ ਹਿਸਟਰੀ ਸਾਡੀ ਹਿੰਦੂਇਜ਼ਮ ਜਾਂ ਬੁੱਧਿਜ਼ਮ ਜਾਂ ਇਸਲਾਮ ਇਹਦਾ ਨਹੀਂ ਹੈ। ਮੈਂ ਗੱਲ ਕਰਨਾ ਜਿਹੜੀ ਸੰਸਕ੍ਰਿਤੀ ਹੈ ਹਿੰਦੁਸਤਾਨ ਦੀ,
ਉਹ ਦੁਨੀਆ ਦੀ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਹੈ ਤੇ ਇੱਕ ਸਿਵਲਾਈਜੇਸ਼ਨ ਬਚੀ ਹੈ ਅੱਜ ਤੱਕ। ਜੀ ਜਿੰਨੀ ਐਂਸ਼ੀਅੰਟ ਸਿਵਲਾਈਜੇਸ਼ਨ ਸਨ ਦੇ ਹੈਵ ਬੀਨ ਡਿਸਟਰੋਇਡ। ਇਹ ਸਾਡਾ ਫਰਜ਼ ਬਣਦਾ ਹੈ, ਅਸੀਂ ਚਾਹੇ ਸਿੱਖਾਂ ਮੁਸਲਮਾਨ ਹੋਵਾਂ ਈਸਾਈ ਮਸੀਹ ਹੋਣ, ਜੋ ਵੀ ਸਾਡਾ ਧਰਮ ਹੋਏ, ਕਿ ਇਹ ਜਿਹੜੀ ਸਿਵਲਾਈਜੇਸ਼ਨ ਹੈ ਜਿੱਧਰ ਅਸੀਂ ਪੈਦਾ ਹੋਏ ਹਾਂ। ਦੇਖੋ ਸਿੰਧ ਨੂੰ ਤੁਸੀਂ ਹਿੰਦ ਤੋਂ ਅਲੱਗ ਨਹੀਂ ਕਰ ਸਕਦੇ ਜੀ। ਪੂਰਾ ਹਿੰਦੁਸਤਾਨ ਜਿਹੜਾ ਹੈ ਸਿੰਧੂ ਦਰਿਆ ਤੋਂ ਆਇਆ, ਉਹੀ ਟੈਕਸ਼ਲਾ। ਉਹ ਹੋਰ ਗੱਲ ਹੈ ਕਿ ਹੁਣ ਸਾਰਾ ਪਾਕਿਸਤਾਨ ਵਿੱਚ ਜਿਹੜੇ ਇੰਡੀਆ ਦੇ ਲੀਡਰ ਹੋਣਗੇ, ਪਤਾ ਨਹੀਂ ਉਸ ਟਾਈਮ ਤੇ ਕੀ ਉਹਨਾਂ ਨੇ ਸੋਚਿਆ ਕਿ ਲਾਹੌਰ ਛੱਡਤਾ, ਕਸੂਰ ਛੱਡਤਾ। ਉਹ ਤੇ ਰਾਮ ਦੇ ਪੁੱਤਰਾਂ ਦੇ ਨਾਂ ਤੇ ਸ਼ਹਿਰ ਹੈ, ਲਵ ਤੇ ਕੇਸ਼ ਜਿਹੜੇ ਨੇ। ਤੁਸੀਂ ਟੈਕਸ਼ਲਾ ਛੱਡਤਾ, ਤੁਸੀਂ ਮੋਂਜੇਦਾਰੋ ਛੱਡਤਾ, ਕਰਾਚੀ ਛੱਡਤਾ, ਲਾਹੌਰ ਛੱਡ, ਤੇ ਬਾਕੀ ਕੀ ਰਹਿ ਗਿਆ ਫਿਰ? ਮੇਰਾ ਸਿੱਧਾ ਸਵਾਲ ਇਹ ਹੋਈ ਹੈ ਕਿ ਜਿੱਦਾਂ ਮੈਂ ਪਹਿਲਾਂ ਕੀਤਾ ਸੀ ਕਿ ਭਾਰਤ ਦੇ ਨਾਲ ਇੰਨੀ ਮੁਹੱਬਤ ਤੇ ਪਾਕਿਸਤਾਨ ਦੇ ਵਿੱਚ ਪੈਦਾ ਹੋ ਕੇ ਤੇ ਜਿਹੜੇ ਤੁਸੀਂ ਮੰਤਕ ਜਾਂ ਜਿਹੜਾ ਲੌਜਿਕ ਦੇ ਰਹੇ ਹੋ, ਜੀ ਤੇ ਉਹੀ ਮੈਂ ਗੱਲ ਕਰ ਰਿਹਾ ਕਿ ਇਹ ਸਾਰੀਆਂ ਖਾਮੀਆਂ ਤਾਂ ਭਾਰਤ ਦੇ ਵਿੱਚ ਵੀ ਹੈ ਨੇ। ਬਿਲਕੁਲ। ਫਿਰ ਉਹ ਖਾਮੀਆਂ ਹਰ ਸੁਸਾਇਟੀ 'ਚ ਹੁੰਦੀਆਂ ਨੇ ਜੀ, ਲੇਕਿਨ ਉਹ ਖਾਮੀਆਂ ਉਹ ਨੇ ਜਿਹੜੇ ਆਪਣੇ ਧਰਤੀ ਤੋਂ, ਆਪਣੇ ਤਜ਼ਾਦਾਤ ਤੋਂ, ਆਪਣੇ ਜਿਹੜੇ ਮਿਜ਼ਾਜ ਨੇ, ਉਹ ਇੰਡੀਆ 'ਚ ਕਮ ਫਾਲਟ ਹੈ। ਜੀ, ਇੰਡੀਆ 'ਚ ਤੁਸੀਂ ਸਮਝਦੇ ਹੋ ਗਲਤੀਆਂ ਕਮ ਨੇ। ਜੀ, ਇੱਕ ਲੱਭੋਗੇ 100 ਮਿਲੀਅਨ ਗਿਆ ਜੀ, ਲੇਕਿਨ ਉਹ ਸਾਡੀ ਗਲਤੀਆਂ ਨੇ। ਉਹ ਗਲਤੀਆਂ ਜਿਹੜੇ ਸੈਂਟਰਲ ਏਸ਼ੀਆ ਤੋਂ ਕੋਈ ਲੈ ਕੇ ਆਇਆ ਹੋਏ, ਤੈਮੂਰ ਦੀ ਔਲਾਦ ਤੇ ਨਹੀਂ ਆਣਾ ਸੀ ਜੀ। ਉਹ ਤੇ ਪਹਿਲੇ ਐਕਸੈਪਟ ਕਰੀਏ ਕਿ ਜਿਨਨੇ ਕਬਜ਼ਾ ਕੀਤਾ ਹਿੰਦੁਸਤਾਨ ਤੇ, ਜਿਹਨੂੰ ਜਾ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰੋਕਿਆ ਜਾ ਕੇ, ਉਸ ਟਾਈਮ ਤੱਕ ਤੇ ਅਬਦਾਲੀ ਵੀ ਆ ਰਿਹਾ ਸੀ, ਜਿੱਦੀ ਮਰਜ਼ੀ ਸੀ ਉਹ ਆਂਦਾ ਸੀ, ਲੁੱਟ ਕੇ ਲੈ ਜਾਂਦਾ ਸੀ। ਮੁਲਤਾਨ ਨੂੰ ਲੁੱਟਿਆ, ਕਿੰਨੀ ਵਾਰੀ ਲੁੱਟਿਆ। ਅੱਛਾ, ਹਿੰਦੁਸਤਾਨ ਇਟਸ ਦੀ ਓਨਲੀ ਪਲੇਸ ਜਿੱਥੇ ਪ੍ਰੋਫਿਟ ਆਫ ਇਸਲਾਮ, ਪ੍ਰੋਫਿਟ ਮੁਹੰਮਦ ਦੀ ਫੈਮਿਲੀ ਨੂੰ ਪਨਾਹ ਮਿਲੀ। ਸਿੰਧ 'ਚ ਉਹ ਹਿੰਦੂ ਰਾਜਾ ਸੀ, ਰਾਜਾ ਦਾਹਿਰ। ਉਹ ਬਜਾਏ ਇਸ ਕਿ ਪਾਕਿਸਤਾਨ ਦੇ ਜਿਹੜੇ ਮੁਸਲਮਾਨ ਨਹੀਂ, ਇੰਡੀਆ ਵਿੱਚ ਕੁਛ ਨੇ, ਉਹ ਇਹ ਐਕਸੈਪਟ ਕਰਨ ਕਿ ਇਹ ਉਹ ਧਰਤੀ ਹੈ ਜਿਨਨੇ ਹਰ ਇੱਕ ਨੂੰ ਖੁੱਲ੍ਹੇ ਹੱਥ ਕਿਹਾ ਜੀ। ਪਾਰਸੀ ਆਏ ਕਿ ਮਾਰੇ ਗਏ, ਲੁੱਟੇ ਗਏ ਈਰਾਨ ਵਿੱਚ, ਉਹਨੇ ਕਿ ਤੁਸੀਂ ਵੀ ਆ ਜਾਓ। ਸੇਂਟ ਥਾਮਸ ਆਇਆ ਕੇਰਲਾ ਵਿੱਚ। ਉਹ ਯੂਰਪੀਅਨ ਕ੍ਰਿਸਚੀਅਨਿਟੀ ਤੋਂ ਪਹਿਲੇ ਮਲਾਬਾਰ ਕੋਸਟ ਤੇ ਕ੍ਰਿਸਚੀਅਨਿਟੀ ਆਈ ਜੀ। ਹੈਂ, ਬੁੱਧਿਜ਼ਮ ਤੋਂ ਅਸੀਂ ਕੁਝ ਨਹੀਂ ਕਿਹਾ, ਜੈਨ, ਕੋਈ ਕਿਸੇ ਦਾ ਮਸਲਾ ਨਹੀਂ। ਕਿਸੇ ਸਿੱਖ, ਗੁਰੂ ਨਾਨਕ ਦੀ ਪੋਜੀਸ਼ਨ ਵੇਖੋ ਇੰਡੀਆ ਵਿੱਚ ਜੀ। ਹਾਂ, ਤੇ ਦਿਸ ਇਜ਼ ਆਵਰ ਫਰੋਮ ਮਾਈ ਪੁਆਇੰਟ ਆਫ ਵਿਊ ਜੀ, ਕਿ ਮੇਰੀ ਹਿਸਟਰੀ ਹੈ। ਮੈਨੂੰ ਨਾ ਕਹੋ ਕਿ ਮੈਂ ਤੈਮੂਰ ਦੇ ਨੂੰ ਵਰਸ਼ਿਪ ਕਰਾਂ ਜਾਂ ਅਬਦਾਲੀ ਨਾਂ ਦਾ ਇੱਕ ਮਿਜ਼ਾਈਲ ਜਾਂ ਗੌਰੀ ਨਾਂ ਦਾ। ਹਾਊ ਕੈਨ ਆਈ ਐਕਸੈਪਟ ਗੌਰੀ ਐਂਡ ਬਾਬਰ and these people who massacred hundreds and hundreds of thousands of people? ਸੋ ਇੱਥੇ ਮੈਂ ਤੁਹਾਡੀ ਗੱਲ, ਮੈਂ ਇਹਦੇ ਵਿੱਚ ਮੈਨੂੰ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਇਹ ਆਇਆ ਹੈ ਕਿ ਇਸਲਾਮ ਦੇ ਨਾਲ ਇੱਕ ਪਾਸੇ ਸਾਡਾ ਸੂਫੀਜ਼ਮ ਹੈ, ਜਿੱਥੇ ਵਾਰਿਸ ਸ਼ਾਹ, ਬਾਬਾ ਬੁੱਲੇ ਸ਼ਾਹ ਹੁਣੀ ਆਉਂਦੇ ਨੇ। ਕਿਸੇ ਨਾਂ ਪਾਕਿਸਤਾਨੀ ਤੇ ਸੁਣਿਆ ਬੁੱਲੇ ਸ਼ਾਹ? ਉਹੀ ਤੇ ਦੂਸਰੇ ਪਾਸੇ ਜਿਹੜੇ ਸਾਡੇ ਬਾਦਸ਼ਾਹ ਨੇ, ਬਾਬਰ, ਔਰੰਗਜ਼ੇਬ, ਜਹਾਂਗੀਰ, ਉਹਨਾਂ ਦੇ ਨਾਂ ਹੁੰਦੇ ਨੇ ਜੀ। ਦੇਖੋ, ਕੋਈ ਦਾਰਾ ਸ਼ਿਕੋ ਨਾਂ ਕਦੀ ਸੁਣਿਆ ਕਿਸੇ ਦਾ ਜੀ? ਕਿਉਂ ਨਹੀਂ ਹੈ? ਉਹ ਮੁਸਲਮਾਨ ਨਹੀਂ ਸੀ ਜੀ। ਇਹ ਜ਼ਰੂਰੀ ਕਿ ਜਿਹੜਾ ਯਾਨੀ ਲੁਟੇਰਾ ਹੋਏ ਉਹਦਾ ਨਾਂ ਸਾਡਾ ਹੋਏ? ਇੱਕ ਤੁਸੀਂ ਬੰਦਾ ਬਤਾਓ ਪੂਰੇ ਇੰਡੀਆ ਪਾਕਿਸਤਾਨ ਦਾ ਨਾਂ ਦਾਰਾ ਸ਼ਿਕੋ ਹੋਏ ਜੀ? ਇੱਕ ਵੀ ਨਹੀਂ। ਬੁੱਲੇ ਸ਼ਾਹ ਦਾ ਇੱਕ ਪੂਰੇ ਪੰਜਾਬ ਵਿੱਚ ਨਾਮ ਦੱਸੋ ਜੀ। ਤੇ ਇਹ ਕਿਉਂ ਹੋਇਆ? ਇਹ ਹੋਇਆ ਅੰਗਰੇਜ਼ ਨੇ ਜਿਨ੍ਹਾਂ ਸਾਹਿਬ ਨੂੰ ਪੈਸੇ ਦੇ ਕੇ ਕਰਾਇਆ ਸਾਰਾ। ਮੇਰੇ ਕੋਲ ਆਪੇ ਮੇਰੇ ਲਾਇਬ੍ਰੇਰੀ ਵਿੱਚ 1941 ਦੀ ਕਿਤਾਬ ਹੈ, ਅ ਨੇਸ਼ਨ ਕਾਲਡ ਪਾਕਿਸਤਾਨ। 1941 ਅਲ ਹਮਜ਼ਾ ਨਾਂ ਦੇ ਇੱਕ ਬੰਦੇ ਨੇ ਬ੍ਰਿਟਨ ਤੋਂ ਛਪ ਕੇ ਪੂਰੇ ਇੰਡੀਆ ਵੰਡੀ ਗਈ ਜੀ। ਜਿਹੜੇ ਐਜੂਕੇਟਿਡ ਮੁਸਲਮਾਨ ਬੱਚੇ ਸਨ, ਉਹਨਾਂ ਨੂੰ ਕਿ ਇਹ ਦਾ ਮੁਲਕ ਹੋਣਾ ਚਾਹੀਦਾ। ਮੈਂ ਇਹ ਗੱਲ ਪੁੱਛਣ ਲੱਗਾ ਸੀ ਕਿ ਵੀ ਪਾਕਿਸਤਾਨ ਦੀ ਆਵਾਮ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਰਾਜਨੀਤਿਕ ਚੇਤਨਾ ਘੱਟ ਹੈ, ਕਿਉਂਕਿ ਉੱਥੇ ਕਾਇਦੇ ਆਜ਼ਮ ਨੂੰ ਇੱਕ ਰੱਬ ਵਾਂਗ ਪੂਜਿਆ ਜਾਂਦਾ ਹੈ। ਤੇ ਤੁਹਾਡੀਆਂ ਬਹੁਤ ਸਾਰੀਆਂ ਮੁਖਤਲਿਫ ਜਦੋਂ ਮੈਂ ਇੰਟਰਵਿਊਜ਼ ਪੜ੍ਹਦਾ ਸੁਣਦਾ ਤੇ ਉਹਦੇ ਵਿੱਚ ਤੁਸੀਂ ਸ਼ਰੇਆਮ ਕਹਿੰਦੇ ਹੋ ਕਿ ਮੁਸਲਿਮ ਲੀਗ ਤੇ ਜਾਂ ਕਾਇਦੇ ਆਜ਼ਮ ਪਾਕਿਸਤਾਨ ਤੇ ਭਾਰਤ ਦੇ ਜਿਹੜੀ ਇਹ ਤਬਾਦਲਾ ਆਬਾਦੀ, ਭਾਰਤ ਵੰਡ ਦਾ, ਪਾਕਿਸਤਾਨ ਵੰਡ ਦਾ ਕਾਰਨ ਬਣਦੇ ਨੇ ਤੇ ਉਹ ਬਹੁਤ ਅਯਾਸ਼ ਨੇ। ਸੋ ਉਹਦੇ ਬਾਰੇ ਅਯਾਸ਼ੀ ਦਾ ਨਹੀਂ, ਇੱਕ 45 ਸਾਲ ਦਾ ਬੰਦਾ ਆਪਣੇ ਪਾਰਟਨਰ ਦੀ ਕੁੜੀ ਲੈ ਕੇ ਨੱਸ ਜਾਂਦਾ, ਉਹ ਕਾਇਦੇ ਆਜ਼ਮ ਨਹੀਂ ਹੋ ਸਕਦਾ ਸਰ ਜੀ।
15 ਸਾਲ ਲੈ ਕੇ ਕੁੜੀ ਨੂੰ, ਲੇਕਿਨ 16 ਸਾਲ ਦੀ ਬੱਚੀ ਸੀ, ਉਹਨੂੰ ਲੈ ਕੇ ਚਲੇ, ਸਟੈਚੂਟਰੀ ਰੇਪ ਦਾ ਚਾਰਜ ਹੋਣਾ ਚਾਹੀਦਾ ਜਿਨ੍ਹਾਂ ਤੇ। ਜੀ। ਫਿਰ ਲੈ ਕੇ ਨੱਸ ਜਾਂਦਾ ਹੈ, ਆਪੇ ਜ਼ੋਰਾਸਟਰੀਅਨ ਪਾਰਸੀ ਦੇ ਨਾਲ ਸ਼ਾਦੀ ਕਰਦਾ ਹੈ। ਕੁੜੀ ਜਦ ਕਰਦੀ ਆਪਣੀ ਕਰਦੀ ਤਾਂ ਉਹਨੇ ਹੀ ਥਰੋਜ਼ ਹਰ ਆਊਟ ਆਫ ਹਿਜ਼ ਪਲੇਸ। ਜੀ। ਕਿਸ ਟਾਈਪ ਦਾ ਕਾਇਦੇ ਆਜ਼ਮ? ਨਾ ਕਦੀ ਉਹ ਲਾਹੌਰ ਗਿਆ, ਨਾ ਕਰਾਚੀ ਦੀ ਗੱਲ ਕੀਤੀ, ਨਾ ਸਿੰਧ 'ਚ ਗਿਆ, ਸਾਰੀ ਜ਼ਿੰਦਗੀ ਬੰਬਈ ਕੱਟੀ। ਇਲੈਕਟ ਕਿੱਥੋਂ ਹੋਇਆ? ਬੰਬਈ ਤੋਂ। ਜੀ ਬਿਲਕੁਲ। He should have been loyal to Bombay. ਜੀ। He was loyal to no, the Nawabs of UP. ਪਾਕਿਸਤਾਨ ਕਿਹਨੇ ਬਣਾਇਆ? ਇਹ ਜਿਹੜੇ ਸਾਰੇ ਮੁਗਲ ਦੇ ਕਚਰਾ ਜਿਹੜਾ ਬਚਿਆ ਸੀ, ਜੀ, ਕਿ ਹਮਾਰਾ ਪਾਕਿਸਤਾਨ ਹੈ, ਹਮਾਰਾ ਪਾਕਿਸਤਾਨ ਹੈ, ਇਹ ਯੂਪੀ ਦਾ ਹੈ, ਬਿਹਾਰ ਦਾ ਹੈ, ਮੱਧ ਪ੍ਰਦੇਸ਼ ਦਾ ਹੈ, ਮਦਰਾਸ ਦਾ ਹੈ। ਇਹ ਤੁਸੀਂ ਇਲੈਕਸ਼ਨ 1946 ਦੇ ਵੇਖੋ, ਜਿਹੜੇ ਲੋਕੀ ਜਿਨ੍ਹਾਂ ਦਾ ਕੋਈ ਮਸਲਾ ਹਿੰਦੂਆਂ ਸਿੱਖਾਂ ਦੇ ਨਾਲ ਨਹੀਂ ਸੀ ਪੰਜਾਬ ਵਿੱਚ, ਉੱਥੇ ਵੰਡ ਕਰਾ ਦਿੱਤੀ ਤੁਸੀਂ। ਕਿਹੜਾ ਮਸਲਾ ਸੀ ਲਾਹੌਰ ਵਿੱਚ? ਗੰਗਾ ਰਾਮ ਹਸਪੀਟਲ ਸੀ ਉੱਥੇ, ਹਰ ਕਿਸੇ ਨੂੰ ਪਤਾ ਹੀ ਨਹੀਂ ਸੀ ਮੈਜੋਰਿਟੀ ਕੌਣ ਹੈ। ਸਰ ਗੰਗਾ ਰਾਮ ਹਸਪਤਾਲ ਲਾਹੌਰ। ਹਾਂ, ਜਿੱਧਰ ਤੁਸੀਂ ਜਾਓ, ਮੈਂ ਤੇ 49 ਦੀ ਪੈਦਾਇਸ਼ ਹੈ, ਮੈਂ ਪੁਰਾਣਾ ਅੰਦਰੂਨ ਸ਼ਹਿਰ ਲਾਹੌਰ ਵੇਖਿਆ, ਮੈਂ ਜਲੇ ਘਰ ਵੇਖੇ ਨੇ ਹਿੰਦੂਆਂ ਦੇ ਸਿੱਖਾਂ ਦੇ। ਜੀ। ਹੈਂ, there was nothing. My mother's best friend was a Sikh girl, and my mother died without ever meeting her again. I will forget that. बंदे मार गए इधर उधर चल गए. For whom? For one man? Because the British did not want India to be a unified country. जी बिल्कुल. तो उन्होंने देखो दोनों बावां कट दित्तियां, बंगाल कटता, पंजाब कटता, बाकी फिर मैं बैठ के कराची बैठा कि नहीं हिंदुस्तान विच हज़ार खराबियां ने, लेकिन वो फिर साडी खराबियां ने, ਅਸੀਂ ਆਪੇ ਠੀਕ ਕਰਾਂਗੇ। ਮੈਂ ਇਹੋ ਕਹਿੰਦਾ ਕਿ ਵੀ ਖਿਆਲਾਤ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਉਣੀ ਇਹ ਬਚਪਨ ਤੋਂ ਆਈ? ਨਾ ਮੇਰੀ ਤਬਦੀਲੀ ਬਚਪਨ ਤੋਂ ਨਹੀਂ। ਮੈਂ 65 ਦੀ ਜੰਗ ਜਿਹੜੀ ਹੋਈ ਨਾ ਜੀ, ਜਦ ਮੈਂ ਇਹ ਝੂਠ ਵੇਖਿਆ ਕਿ ਲੋਕੀ ਕਹਿ ਰਹੇ ਨੇ ਉਹ ਇੰਡੀਆ ਦੇ ਬੰਬਰਸ ਆਏ ਤੇ ਫਰਿਸ਼ਤਿਆਂ ਨੇ ਜਾ ਕੇ ਬੰਬ ਫੜ ਲਏ ਤੇ ਉਹ ਰਾਵੀ ਜਾ ਕੇ ਸੁੱਟ ਦਿੱਤੇ। I was 15 years old. I said, what is this nonsense? ਕੀ ਗੱਲ ਕਰ ਰਹੇ ਹੋ? ਤੇ ਚੰਗੇ ਭਲੇ ਪੜ੍ਹੇ ਲਿਖੇ ਬੰਦੇ ਮੈਂ ਕਹਿ ਦਿੰਦੀ ਮਤ ਮਾਰੀਏ। How can you believe in these things? That means either you are mentally unstable or you are collectively suicidal. ਜੀ। ਜੰਗ ਤੁਸੀਂ ਹਾਰ ਗਏ, ਲੋਕਾਂ ਨੂੰ ਕਹਿਤਾ ਜਿੱਤ ਗਏ। ਉਹ ਲਾਹੌਰ ਦੀ ਬੱਸ ਅੰਮ੍ਰਿਤਸਰ ਚੱਲ ਰਹੀ ਸੀ, ਤੁਹਾਨੂੰ ਯਾਦ? ਖੈਰ ਯੂ ਆਫ ਕੋਰਸ ਯੂ ਵਰ ਟੂ ਯੰਗ ਫॉर दैट। ਉਹ ਪਾਕਿਸਤਾਨ ਲੱਕੀ ਹੈ ਕਿ ਲਾਲ ਬਹਾਦੁਰ ਸ਼ਾਸਤਰੀ was a mature man. He was a very India's finest prime minister, brave man. ਇਹਨਾਂ ਨੇ ਜ਼ਿਆਦਾ ਤੰਗ ਕੀਤਾ, ਉਹਨੇ ਕਿਹਾ ਫੌਜ ਭੇਜੋ, ਸੈੱਟ ਕਰ ਦਿਓ ਸਾਨੂੰ। ਮੂਨਾਬਾਵ ਜਿਹੜਾ ਏਰੀਆ ਸੀ ਉੱਧਰ ਪਾਕਿਸਤਾਨ ਫੌਜ ਗਈ ਹੈ, ਉਮਰਕੋਟ ਦਾ ਸਿੰਧ ਵਿੱਚ ਇਲਾਕਾ ਹੈ। ਕੀ ਦੱਸੀਏ, ਪੂਰੇ ਉਸ ਥਰਪਾਰਕਰ ਦਾ ਏਰੀਆ ਜਿਹੜੀ ਮੋਰ ਸੀ ਜੀ, ਇੰਡੀਜੀਨਸ ਬਰਡ ਆਫ ਦੈਟ ਏਰੀਆ ਫॉर hundreds and hundreds of years ਤੁਸੀਂ ਫੌਜ doesn't exist. ਫੌਜ ਖਾ ਗਈ ਸਾਰੀ। ਫੌਜ ਦੀ ਗੱਲ ਕੀਤੀ ਹੈ ਔਰ ਪਾਕਿਸਤਾਨ ਦੇ ਵਿੱਚ ਫੌਜ ਦਾ ਰਾਜ ਰਿਹਾ। ਉਸਤਾਦ ਦਾਮਨ ਨੇ ਵੀ ਕਿਹਾ ਸੀਗਾ ਕਿ ਪਾਕਿਸਤਾਨ ਦੇ ਵਿੱਚ ਮੌਜਾਂ ਹੀ ਮੌਜਾਂ ਤੇ ਹਰ ਪਾਸੇ ਫੌਜਾਂ ਹੀ ਫੌਜਾਂ। ਅੱਛਾ, ਲੇਕਿਨ ਉਸਤਾਦ ਦਾਮਨ ਦੀ ਕੀ ਹੈਸੀਅਤ ਸੀ ਪਾਕਿਸਤਾਨ ਵਿੱਚ? ਜੀ, ਤੇ ਉਹ ਵੀ ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਉਹਨਾਂ ਨੂੰ ਵੀ ਜੇਲ੍ਹ ਦੇ ਪਿੱਛੇ ਧੱਕ ਦਿੱਤਾ ਗਿਆ। ਤੇ ਉਹੀ ਗੱਲ ਜਿਹੜੀ ਹੈ ਕਿ ਤੁਹਾਡੇ ਨਾਲ ਹੋਈ, ਉਹ ਕਾਲੇ ਦੌਰ ਬਾਰੇ ਦੱਸਿਓ ਥੋੜਾ ਜਿਹਾ। ਹਾਂ, I had just turned 18. ਅਯੂਬ ਖਾਨ ਡਿਕਟੇਟਰ ਸੀ, ਉਹਦੇ ਖਿਲਾਫ ਮੂਵਮੈਂਟ ਸੀ ਢਾਕਾ ਪਿਸ਼ਾਵਰ, ਬੇਸਿਕਲੀ ਕਰਾਚੀ, ਢਾਕਾ ਐਂਡ ਪਿਸ਼ਾਵਰ ਵਿੱਚ ਜਿਹੜੇ ਲੈਫਟਿਸਟ ਗਰੁੱਪ ਸਨ, ਜਿਹੜੇ ਜਿਹਨੂੰ ਤੁਸੀਂ CPI ਦੇ ਨਾਲ ਜੋੜ ਲਓ, ਉਹ ਲਾਈਕ ਸੋਸ਼ਲਿਸਟ ਟਾਈਪ, ਵੀ ਹੈਡ ਰਿਜ਼ਨ। ਇਹ ਤਾਂ ਵਰਲਡ ਵਾਈਡ ਮੂਵਮੈਂਟ ਸੀ। ਤੁਸੀਂ ਪੈਰਿਸ ਵਿੱਚ 1968 ਵੇਖੋ, ਲੰਡਨ ਵਿੱਚ ਵੇਖੋ, ਸੈਂਟਰਲ ਅਮਰੀਕਾ 'ਚ ਵੇਖੋ, ਪੂਰੀ ਵਰਲਡ ਵਿੱਚ ਇੱਕ ਸੀ, ਦੇयर ਵਾਜ਼ ਅ ਰਾਈਜ਼ ਆਫ ਕੌਨਸ਼ੀਅਸਨੈਸ। ਜੀ ਹੈ, ਉਹਦੇ ਅੰਦਰ we were arrested and taken away from my house. ਜਿਹੜਾ ਉਹ ਡਿਫੈਂਸ ਆਫ ਪਾਕਿਸਤਾਨ ਰੂਲ ਸੀ, ਉਹ ਮੇਰੀ ਮਾਂ ਨੇ ਪੁੱਛਿਆ ਪੁਲਿਸ ਵਾਲੇ ਨੇ ਕਦੋਂ ਲੈ ਕੇ ਆਓਗੇ? ਉਹਨੇ ਕਿਹਾ ਮਮ ਦਿਸ ਇਜ਼ ਕੀ ਸੀ, indefinite detention without appearance in for trial. डिफेंस ऑफ पाकिस्तान रूल सी कि ना जज दे कोल जाना है, ना कुछ करना, बंद करके खत्म। ठीक है।
ਤੇ ਸਾਨੂੰ ਤੇ ਨਹੀਂ ਲੱਗਦਾ ਸੀ ਕਿ ਕੋਈ ਹੋਇਆ, ਠੀਕ ਹੈ, ਅਸੀਂ ਬਹੁਤ ਤੱਕ ਨਹੀਂ, ਮੈਂ ਉਹੀ ਪੁੱਛਣਾ ਚਾਹੁੰਦਾ ਸੀ, ਜਦੋਂ ਇਸ ਤਰੀਕੇ ਨਾਲ ਕਈ ਵੀ ਵਾਕਿਆ ਬਣ ਜਾਂਦਾ ਹੈ, ਪੁਲਿਸ ਫੜਦੀ ਹੈ, ਤਾਂ ਬੰਦਾ ਅੰਦਰੋਂ ਕਈ ਵਾਰੀ ਕੰਮ ਜਾਂਦਾ ਹੈ ਕਿ ਵੀ ਹਾਂ ਮੈਂ ਬੋਲ ਤਾਂ ਲੈਂਦਾ ਮੈਂ ਨਹੀਂ ਡਰਿਆ, ਮੈਂ ਨਹੀਂ ਡਰੇ ਡਰਿਆ। ਨਹੀਂ। ਮੈਂ 90 ਪਾਉਂਡ ਵਜ਼ਨ ਸੀ, ਠੀਕ ਹੈ। ਵੱਡੇ ਚਸ਼ਮੇ ਲਾਏ ਸਨ। ਮੈਂ ਪਹਿਲੇ ਉਹ ਆਏ ਨਾ ਘਰ ਜੀ। ਕਿ ਤਾਰਿਕ ਪਤਾ ਕहाँ है, मैं कि पता नहीं कहाँ होगे। वो समझे कि मैं निक्कर शिकर पा के बैठे सी, वो समझे कि छोटा भरा। ठीक है। ਉਹ ਫੇਰ ਲੱਭਣ ਗਏ ਮੈਨੂੰ, ਉਹ ਨਾਜ਼ਮਾਬਾਦ ਕਰਾਚੀ ਦਾ ਏਰੀਆ ਜੀ। 2 ਘੰਟੇ ਬਾਅਦ ਫੇਰ ਆਏ। ਅੱਛਾ, ਮੇਰੀ ਮਾਂ ਉੱਦਾਂ ਹੀ ਵਰਾਂਡੇ 'ਚ ਬੈਠੀ ਸੀ, ਉਹ ਵੀ ਚੁੱਪ ਕਰਕੇ ਵੇਖਦੀ ਰਹੀ ਕਿ ਝੂਠ ਬੋਲ ਕੇ ਨਿਕਲ ਗਿਆ। ਤੇ ਮੈਂ ਗਿਆ ਨਹੀਂ, ਮੈਂ ਕਿਹਾ ਜਿੱਧਰ ਵੀ ਆਣਗੇ ਫੇਰ ਉਧਰ ਆ ਕੇ ਇੱਕ ਉਹਨੇ ਫੈਂਟੀ ਲਾਈ, ਮੈਨੂੰ ਕਹਿੰਦਾ ਬੇਵਕੂਫ ਸਮਝਦਾ ਹੈ। ਅੱਛਾ, ਉਹਨੂੰ ਯਕੀਨ ਆਇਆ ਕਿ ਬੱਚਾ ਜਿਹੜਾ ਹੈ ਇਹਨੂੰ ਅਰੈਸਟ ਦਾ ਵਾਰੰਟ ਆਇਆ। ਐਨੀਵੇ ਲੈ ਗਏ। ਰਮਜ਼ਾਨ ਦਾ ਮੈਨੂੰ ਪਤਾ ਟਾਈਮ ਸੀ, ਤੇ ਪੁਲਿਸ ਸਟੇਸ਼ਨ ਵਿੱਚ ਵੀ ਲੋਕੀ ਜਿਹੜੇ ਸਨ ਉਸ ਟਾਈਮ ਤੇ, ਪੁਲਿਸ ਸਿਆਸੀ ਕੈਦੀਆਂ ਨੂੰ ਨਹੀਂ ਕੁੱਟਦੀ ਬੁੱਟਦੀ ਨਹੀਂ ਸੀ ਜੀ। ਉਹ ਹੋਰ ਸੀ ਕਿ ਇੱਕ ਕਮਰੇ 'ਚ ਕੋਈ 50 ਬੰਦਿਆਂ ਦੇ ਨਾਲ ਮੈਨੂੰ ਸੁੱਟ ਦਿੱਤਾ ਅੰਦਰ ਜਾ ਕੇ। ਬਟ I stayed in prison for a long time. Then I was pushed to ਇੱਕ ਮੁਜ਼ੱਫਰਗੜ੍ਹ ਡਿਸਟ੍ਰਿਕਟ ਹੈ ਪੰਜਾਬ ਦਾ, ਲਈਆ ਸ਼ਹਿਰ ਹੈ ਜੀ, ਉੱਧਰ ਮੈਨੂੰ ਐਕਸਟਰਨ ਕਰਤਾ। ਠੀਕ ਹੈ। 1970 ਫਿਰ ਉਹਨਾਂ ਨੇ ਮਾਰਸ਼ਲ ਲਾਅ ਰੈਗੂਲੇਸ਼ਨ ਦੇ ਅਰੈਸਟ ਕੀਤਾ। 1 ਸਾਲ ਮੈਂ ਰਿਹਾ। ਮੱਛ ਇੱਕ ਜੇਲ੍ਹ ਬਣਾਇਆ ਸੀ ਆਪਣੇ 1925 ਵਿੱਚ ਜੀ, ਅੰਗਰੇਜ਼ਾਂ ਨੇ ਐਂਟੀ ਇੰਡੀਆ ਮੂਵਮੈਂਟ ਦੇ ਜਿਹੜੇ ਲੋਕਾਂ ਨੂੰ ਉੱਧਰ ਬੰਦ ਕਰਨੇ। I spent 1 year over there in Much jail. ਤੇ ਇਹ ਸਾਨੂੰ ਪਤਾ ਚੱਲ ਗਿਆ ਸੀ from 65 after that war ਕਿ ਇਹ ਪੂਰਾ ਫਰਾਡ ਹੈ ਸਟਰਕਚਰ। ਜੀ। ਤਾਰਿਕ ਜੀ, ਸਾਡੇ ਨਾਲ ਚੜ੍ਹਦੇ ਪੰਜਾਬ ਦੇ ਇੱਕ ਬੜੇ ਮਕਬੂਲ ਸ਼ਾਇਰ ਨੇ ਸੁਰਜੀਤ ਪਾਤਰ ਸਾਹਿਬ। ਉਹਨਾਂ ਦਾ ਇੱਕ ਸ਼ੇਰ ਹੈ ਕਿ ਇੰਨਾ ਸੱਚ ਵੀ ਨਾ ਬੋਲ, 2-4 ਬੰਦੇ ਤੇ ਛੱਡਦੇ ਆਪਣੀ ਅਰਥੀ ਨੂੰ ਕੰਧਾ ਦੇਣ ਵਾਸਤੇ। ਨਹੀਂ, ਮੇਰਾ ਕੋਈ ਨਹੀਂ ਹੋਏਗਾ। ਮੈਂ ਉਹ ਜਿਹੜੀ ਨਿਧੜਕਦਾ ਬੇਬਾਕ ਜਿਹੜੀ ਗਰਜ ਦੇ ਨਾਲ ਤੁਸੀਂ ਬੋਲਦੇ ਹੋ। ਸਰ ਦੇਖੋ, ਮੈਨੂੰ ਕੈਂਸਰ ਹੋਇਆ ਹੈ, ਮੈਂ ਕੋਈ ਪਿਛਲੇ 11 ਸਾਲ ਤੋਂ ਇੰਜੈਕਸ਼ਨ ਲਾ ਰਹੀ ਹਾਂ, ਮੈਨੂੰ ਅੱਜ ਤੱਕ ਇਹ ਨਹੀਂ ਪਤਾ ਕਿਸ ਚੀਜ਼ ਦਾ ਕੈਂਸਰ ਹੈ। ਮੈਨੂੰ ਜੇ ਡਾਕਟਰ ਨੂੰ ਪੈਸੇ ਮਿਲਦੇ ਉਹਨੂੰ ਜਾ ਕੇ ਪੁੱਛ ਲਓ। ਦੇਖੋ 70 ਸਾਲ ਹੋ ਗਏ ਨੇ ਐਕਸਟੈਂਡਡ ਵਾਰੰਟੀ ਤੇ ਚੱਲ ਰਿਹਾ ਸੀ ਜੀ। ਅਸੀਂ ਜੇ ਛੋਟੇ ਸਨ ਨਾ, ਜਿਹਨੂੰ ਕੈਂਸਰ ਹੁੰਦਾ ਸੀ ਮਰ ਜਾਂਦਾ ਸੀ। ਠੀਕ ਹੈ। ਉਹ ਕਹਿੰਦਾ ਉਹ ਬਾਬਾ ਜੀ ਨੂੰ ਕੈਂਸਰ ਹੋਇਆ, ਨਾਨਾ ਨੂੰ ਮਰ ਗਏ। ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ ਬੰਦਾ ਰੁਕਦਾ ਸੀ। ਅੱਜ ਕੱਲ੍ਹ ਦਵਾਈਆਂ ਬਣ ਗਈਆਂ ਨੇ ਕਿ ਟਿੱਕੇ ਸ਼ੱਕੇ ਲਾ ਕੇ। ਡਰਨਾ ਕੀ ਹੈ ਸਰ? ਜੀ ਦੇਖੋ, ਤੁਸੀਂ ਅਗਰ ਸੱਚ ਨੂੰ ਯੂਜ਼ ਕਰੋਗੇ ਮੈਜਰ ਜੀ ਹੈ ਕਿ ਇਹਦੇ ਅੰਦਰ ਵੇਖਣਾ ਹੈ ਕਿ ਗਲਤ ਕੌਣ ਹੈ, ਸਹੀ ਕੌਣ ਹੈ। ਮੁਤਾਲਿਆ ਕਿੰਨਾ ਕੁ ਕਰਦੇ ਹੋ ਜੀ? ਕਿਸ ਤਰ੍ਹਾਂ ਮਤਲਬ? ਕਿਸ ਤਰ੍ਹਾਂ ਦੀ ਖਾਸ ਕਿਸਮ ਦੇ ਵਿਸ਼ੇ ਉੱਪਰ, ਟੌਪਿਕ ਦੇ ਉੱਪਰ? ਮੈਂ ਮੇਰੀ ਜਿਹੜੀ ਐਨਾਲਿਸਿਸ ਮਾਰਕਸਿਸਟ ਹੈ। ਮਾਰਕਸਿਸਟ ਹੈ, ਠੀਕ। ਮੈਂ ਸਮਝਣਾ ਕਿ ਸੁਸਾਇਟੀ ਦੀ ਜਿਹੜੀ ਡਿਵੈਲਪਮੈਂਟ ਹੈ, ਸੋਸ਼ੋ ਇਕਨੋਮਿਕ ਡਿਵੈਲਪਮੈਂਟ, ਉਹ ਕਾਰਲ ਮਾਰਕਸ ਨੇ ਤੇ ਐਂਜਲਸ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਫਾਈਨ ਕੀਤਾ। ਤੁਸੀਂ ਅੱਜ ਵੀ ਕਮਿਊਨਿਸਟ ਮੈਨੀਫੈਸਟੋ ਪੜ੍ਹੋ, ਤੁਹਾਨੂੰ ਸਮਝ ਆਏਗਾ ਕਿ ਕੀ ਕਹਿ ਰਹੇ ਕੈਪੀਟਲਿਜ਼ਮ ਕੀ ਹੈ। ਜੀ, ਆਈ ਟੈਲ ਯੂ, ਘਰ ਜਾਓ ਨਾ, ਜਾ ਕੇ ਪੜ੍ਹਨਾ, ਐਗਜ਼ੈਕਟਲੀ ਇਸ ਤਰ੍ਹਾਂ ਤਾਂ ਕੱਲ ਲਿਖਿਆ ਬਾਬੇ ਨੇ। ਕਿਉਂਕਿ ਉਹ ਹੀ ਹੋ ਰਿਹਾ ਜਿਹੜਾ ਉਹ ਕਹਿ ਰਿਹਾ ਸੀ। ਉਹ ਕਮਿਊਨਿਜ਼ਮ ਜਿਹੜਾ ਕੋਲੈਪਸ ਹੋਇਆ, ਉਹ ਤੇ ਡਿਕਟੇਟਰਸ਼ਿਪਸ ਦੀ ਵਜ੍ਹਾ ਨਾਲ ਹੋਇਆ ਨਾ ਜੀ, ਕਿ ਜਿਹੜਾ ਆ ਕੇ ਬਹਿ ਗਿਆ, ਕੁਸੀਗਨ ਬਹਿ ਗਿਆ, ਉਹ ਪੋਡਗੋਰਨੀ ਬਹਿ ਗਿਆ, ਖੱਜਲ ਖੁਆਰੀ ਕੀਤੀ ਨਾ ਸੋਵੀਅਤ ਯੂਨੀਅਨ ਨੇ। ਲੇਕਿਨ ਜਿਹੜੇ ਛੋਟੇ ਯੂਰਪੀਅਨ ਸੋਸ਼ਲਿਸਟ ਕੰਟਰੀਜ਼ ਨੇ ਟੂਡੇ, ਡੈਨਮਾਰਕ ਹੈ, ਫਿਨਲੈਂਡ ਹੈ, ਸਵੀਡਨ ਹੈ, ਹਾਲੈਂਡ ਹੈ, ਤੁਸੀਂ ਫਰਾਂਸ ਨੂੰ, ਜਰਮਨੀ ਵੀ ਵੇਖੋ, ਪਬਲਿਕ ਐਜੂਕੇਸ਼ਨ, ਪਬਲਿਕ ਹੈਲਥ ਕੇਅਰ, ਪਬਲਿਕ ਟਰਾਂਸਪੋਰਟ, ਫ੍ਰੀ ਸਕੂਲਿੰਗ, ਇਹ ਸਾਰਾ ਉਸੇ ਸਿਸਟਮ ਤੋਂ ਹੈ ਨਾ, ਪਬਲਿਕ ਸਰਵਿਸ ਸੇ। ਬਿਲਕੁਲ ਠੀਕ। ਵੀ ਕੈਨੋਟ ਐਡਰੈਸ ਦੀ ਪ੍ਰੋਬਲਮਸ ਆਫ ਦੀ ਪੂਅਰ until and unless the working class is empowered. ਜੀ, ਇਹ ਇੰਡੀਆ ਦਾ ਬਹੁਤ ਬੜਾ ਮਸਲਾ ਹੈ ਜਿਹੜਾ ਇੰਡੀਆ 'ਚ ਨਹੀਂ ਹੁੰਦਾ। ਚੀਨ ਨੂੰ ਤੁਸੀਂ ਵੇਖੋ, ਉਹਨਾਂ ਨੇ ਕਲਚਰਲ ਰੈਵੋਲੂਸ਼ਨ ਲੈ ਕੇ ਇੱਕ ਤਾਂ ਰਿਲੀਜਨ ਖਤਮ ਹੋ ਗਿਆ ਉੱਥੇ ਜੀ, ਉਹ ਸਿਆਪਾ ਹੀ ਮੁੱਕ ਗਿਆ ਕਿ ਕਿਹਦਾ ਧਰਮ ਟੌਪ ਤੇ। ਇੰਡੀਆ ਵਿੱਚ 6 ਚੱਲ ਰਹੇ ਨੇ ਫਾਈਟਰ ਜੈਟ ਨਾਲ ਕਿ ਅਸੀਂ ਇੱਧਰ ਆਂਦਾ, ਮੁਸਲਮਾਨਾਂ ਦਾ ਤੇ ਇੰਡੀਆ 'ਚ ਵੀਟੋ ਪਾਵਰ ਹੈ। ਨਹੀਂ, ਮੈਂ ਇੱਥੇ ਗੱਲ ਆਉਣ ਲੱਗਾ ਸੀਗਾ ਕਿ ਤੁਸੀਂ ਭਾਰਤ ਜਾਣਾ ਬੜਾ ਪਸੰਦ ਕਰਦੇ ਹੋ। ਜੇ ਤੁਹਾਨੂੰ ਭਾਰਤ ਦੀ ਜਿਹੜੀ ਨਾਗਰਿਕਤਾ, ਸਿਟੀਜ਼ਨਸ਼ਿਪ ਦਿੱਤੀ ਜਾਵੇ ਤਾਂ ਮੇਰੇ ਖਿਆਲ ਨਾਲ ਤੁਸੀਂ ਖੁਸ਼ੀ ਦੇ ਨਾਲ ਰਹਿਣਾ ਪ੍ਰਵਾਨ ਕਰੋਗੇ। ਹਾਂ, ਬਿਲਕੁਲ। ਮੈਨੂੰ ਮੈਂ ਨੇ ਮੰਗੀ ਨਹੀਂ ਹੈ, ਕਿਸੇ ਨੇ ਕਿਹਾ ਕਿ ਲੋਗੇ, ਤਾਂ ਮੈਂ ਕਿਹਾ ਅਲਹਮਦੁਲਿਲਾ ਜੀ। ਮੈਂ ਜਿਹੜੀ ਧਰਤੀ ਨੇ ਮੇਰੇ ਪ੍ਰੋਫਿਟ ਦੇ ਬੱਚਿਆਂ ਨੂੰ
ਅਸਾਈਲਮ ਦਿੱਤੀ ਹੋਏ, ਜੀ ਵੀ ਉਹ ਮੁਸਲਿਮਸ ਓ ਅ ਬਿਗ ਡੈਟ ਟੂ ਮੈਂ ਉਹ ਹੀ ਤਾਰਿਕ ਜੀ ਮੈਂ ਗੱਲ ਪੁੱਛਣੀ ਚਾਹੁੰਦਾ ਸੀ ਕਿ ਜਿੱਥੇ ਇੱਕ ਫਿਰਕਾ ਪ੍ਰਸਤ ਕੁਝ ਪਾਰਟੀ ਹੈਗੀਆਂ ਨੇ ਉੱਥੇ, ਹਾਂ ਹੈ, ਔਰ ਸੈਂਟਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਚੱਲ ਰਹੀ ਹੈ, ਔਰ ਉੱਥੇ ਜਿਹੜੀ ਗਊ ਹੈ, ਗਾਂ ਹੈ, ਉਹਦੀ ਜਾਨ ਦੀ ਜਿਹੜੀ ਕੀਮਤ ਹੈ, ਚਾਹੇ ਉਹ ਸੜਕਾਂ ਦੇ ਅਵਾਰਾ ਤੁਰੀ ਫਿਰਦੀ ਹੈ, ਬਿਲਕੁਲ ਇੱਕ ਮੁਸਲਮਾਨ ਦੀ ਜਾਨ ਦੀ ਕੀਮਤ ਤੋਂ ਕਿਤੇ ਉੱਪਰ ਹੈ। ਔਰ ਜਿੱਥੇ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਹੋ, ਉੱਥੇ ਮੈਂ ਤੇ ਗੱਲ ਕਰਦਾ ਕਿ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਨੇ ਉਹ ਆਪਣੇ ਆਪ ਨੂੰ ਜਿਹੜਾ ਹੈ ਜੀ ਬੇਇੱਜ਼ਤ ਮਹਿਸੂਸ ਕਰਦੇ ਨੇ। ਉਹ ਉਹਦਾ ਕਸੂਰ ਉਹਨਾਂ ਦਾ ਆਪਣਾ ਹੈ ਜੀ। ਮੈਂ ਸਿੱਧੀ ਗੱਲ ਦੱਸਾਂ, ਮੈਂ ਡਿਨਾਊਂਸ ਕਰਨਾ ਹੈ ਜਿਹੜੀ ਤਰੀਕਾ ਹੈ ਮੌਬ ਵਾਇਲੈਂਸ ਤੇ ਅੱਗ ਲਾ ਦਿਓ, ਸਾੜ ਦਿਓ, ਇਹ ਬੜਾ ਕਾਮਨ ਹੈ ਇੰਡੀਆ 'ਚ ਜੀ ਹੈ। ਇਹ ਸਿਰਫ ਮੁਸਲਮਾਨਾਂ ਦੇ ਅਗੇਂਸਟ ਨਹੀਂ ਹੈ, ਇਹ ਤੁਸੀਂ 84 ਵਿੱਚ ਤੁਸੀਂ ਵੇਖਿਆ ਹੋਏਗਾ ਦਿੱਲੀ 'ਚ ਕੀ ਹੋਇਆ। ਇਟ ਵਾਸ ਇਹ ਵੀ ਗੱਲ ਕਰ ਰਹੀ ਹੈ ਨਾ ਕਿ ਵੀ ਮਾਈਨੋਰਟੀਜ਼ ਜਿਹੜੀਆਂ ਨੇ, ਚਾਹੇ ਸਿੱਖ ਮਿਨੋਰਟੀਜ਼ ਦੀ ਗੱਲ ਨਹੀਂ ਹੈ, ਇਹ ਮੈਂਟਲ ਐਟੀਟਿਊਡ ਦੀ ਹੈ ਕਿ ਵੀ ਹੈਵ ਟੂ ਬੀ ਬਿਲੀਵ ਇਨ ਇੰਡੀਵਿਜੂਅਲ ਲਿਬਰਟੀ। ਜਦ ਤੱਕ ਅਸੀਂ ਇਹ ਨਾ ਬਿਲੀਵ ਕਰੀਏ ਕਿ ਇਨਸਾਨ ਸੁਪਰੀਮ ਹੈ ਜੀ, ਧਰਮ ਸੁਪਰੀਮ ਨਹੀਂ ਹੈ, ਦੈਨ ਯੂ ਰਿਸਪੈਕਟ। ਉਹੀ ਬੰਦਾ ਜਿਹੜਾ ਉੱਥੇ ਗਊ ਮਾਤਾ ਦੀ ਗੱਲ ਕਰਦਾ ਹੈ, ਉਹ ਨਿਊਯਾਰਕ ਆ ਕੇ ਤਾਂ ਨਹੀਂ ਕਰੇਗਾ ਨਾ। ਮੇਰੀ ਗੱਲ ਸਾਰੀ ਹੈ ਕਿ ਵੀ ਨੀਡ ਟੂ ਰਿਸਪੈਕਟ ਦੀ ਸਿਵਲਾਈਜੇਸ਼ਨ ਦੈਟ ਇਜ਼ ਦੀ ਹੋਸਟ। ਜਿਹੜੇ ਇੰਡੀਜੀਨਸ ਲੋਕ ਨੇ ਇੰਡੀਆ ਦੇ, ਜਿਹੜੀ ਐਬੋਰੀਜਨਲ ਪੋਪੂਲੇਸ਼ਨ ਹੈ, ਉਹ ਤੇ ਦੇ ਆਰ ਦੀ ਹਿੰਦੂਜ਼, ਵੀ ਕੈਨੋਟ ਡਿਨਾਈ ਦੈਟ। ਸਿੱਖੀ ਵੀ ਜਿਹੜੀ ਹੈ ਦੈਟ ਸਟੈਮਸ ਫਰੋਮ ਦੇਅਰ, ਬੁੱਧਿਜ਼ਮ ਇਜ਼ ਆਲਸੋ ਫਰੋਮ ਦੇਅਰ। ਲੇਕਿਨ ਜਿਹੜੀ ਐਕਸਟਰਨਲ, ਦੇਖੋ ਤੁਸੀਂ ਜਿਹਦੀ ਹਿਸਟਰੀ ਪੜ੍ਹ ਲਓ, ਜਿਹੜਾ ਟੈਰਰ 8th ਸੈਂਚੁਰੀ 'ਚ ਸ਼ੁਰੂ ਹੋਇਆ ਇੰਡੀਆ 'ਚ ਜੀ, ਕਿ ਜਿਹੜਾ ਮੁਸਲਮਾਨ ਦਾ ਮਰਜ਼ੀ ਆਂਦੀ ਸੀ ਆ ਕੇ ਲੁੱਟ ਕੇ ਲੈ ਜਾਂਦਾ ਸੀ। ਇੰਡੀਅਨ ਸਿਵਲਾਈਜੇਸ਼ਨ ਗਾਟ ਇੰਟਰਪਟਡ ਓਵਰ ਦੇਅਰ। ਇਹ ਸਾਊਥ ਅਫਰੀਕਾ ਨੂੰ ਵੇਖੋ, ਜਿਹੜੀ ਟਰੂਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਸੀ, they said that the white people, the white minority people who rules blacks need to first address the truth, apologize for it, and then reconciliation takes place. ਇੰਡੀਆ 'ਚ ਕੀ ਕੀਤਾ, ਪਹਿਲੇ ਰੈਕਨਸੀਲੀਏਸ਼ਨ ਕਰਾ ਲਓ, ਟਰੁੱਥ ਦੇਖੀ ਜਾਏਗੀ। ਅਜੇ ਵੀ ਬੱਚੇ ਦੇ ਨਾਲ ਤੈਮੂਰ ਰੱਖਦੇ ਹਨ ਨਾ ਲੋਕੀ। ਪਰ ਨਾਵਾਂ ਦੀ ਗੱਲ ਤੇ ਤੁਸੀਂ ਕੀਤੀ, ਨਾਵਾਂ ਦੀ ਗੱਲ ਤੇ ਮੈਂ ਫੇਰ ਆਉਣਾ ਜੀ ਕਿ ਹੁਣ ਜਿਹੜੇ ਨਾਮ ਚੇਂਜ ਹੋ ਰਹੇ ਨੇ ਪੁਰਾਣੇ ਸ਼ਹਿਰਾਂ ਦੇ, ਇਲਾਹਾਬਾਦ ਦਾ ਪ੍ਰਗਿਆ ਰਾਜ ਹੋ ਗਿਆ ਜੀ, ਹੋਣਾ ਚਾਹੀਦਾ। ਇਲਾਹਾਬਾਦ ਹੋਇਆ ਕਿਸ ਤਰ੍ਹਾਂ ਜੀ, ਤੁਸੀਂ ਇਹਦੇ ਨਾਲ ਸਹਿਮਤ ਹੋ? ਬਿਲਕੁਲ, ਉਹਦਾ ਅੱਲਾ ਦੇ ਨਾਲ ਕੀ ਤਾਲੁਕ ਹੈ ਜੀ। ਕਰ ਦਿਓ ਤੁਸੀਂ, ਮੱਕੇ ਦਾ ਨਾਂ ਕਰੋ ਨਾ ਰਾਮਗੜ੍ਹ, ਵੇਖਣੇ ਫਿਰ ਕੀ ਹੁੰਦਾ ਜੀ। ਉਹ ਇੱਕ ਬੰਦਾ ਅਕਬਰ ਆ ਕੇ ਉਹਨੇ ਇਲਾਹਾਬਾਦ ਕੀਤਾ ਤੇ ਦੀਨ ਇਲਾਹੀ, ਉਹਨੂੰ ਹਿੰਦੂਇਜ਼ਮ ਤੇ ਇਸਲਾਮ ਨੂੰ ਮਿਕਸ ਕੀਤਾ ਜੀ। ਔਰੰਗਜ਼ੇਬ ਉਹਨਾਂ ਨੂੰ ਇਲਾਹਾਬਾਦ ਕਰਤਾ। ਹਿੰਦੂਇਜ਼ਮ ਦਾ ਸਭ ਤੋਂ ਸੇਕ੍ਰੇਟ ਸਿਟੀ ਦਾ ਨਾਮ, ਜਿਹੜੇ ਹਿੰਦੂਇਜ਼ਮ ਦੇ ਵਿੱਚ ਕਈ ਔਰੰਗਜ਼ੇਬ ਬੈਠੇ ਨੇ, ਜਿਹੜੇ ਸਾਡੇ ਸ਼ਾਸਕ ਨੇ, ਨੇਤਾ ਨੇ। 1992 ਦੀ ਅਡਵਾਨੀ ਦੀ ਜਿਹੜੀ ਰੱਥ ਯਾਤਰਾ ਹੈ, ਉਹਨੇ ਕਿਤਨੀ ਕਤਲੋ ਗਾਰਤ ਕੀਤੀ ਬਾਬਰੀ ਮਸਜਿਦ ਢਵਾਉਣ ਵਾਸਤੇ। ਤੁਸੀਂ ਉਹਨਾਂ ਨੂੰ ਸਹੀ ਕਹੋਗੇ ਜਾਂ ਗਲਤ ਕਹੋਗੇ? ਬਾਬਰੀ ਮਸਜਿਦ ਤੇ ਮੁਸਲਮਾਨਾਂ ਨੂੰ ਪਹਿਲੇ ਕਹਿਣਾ ਚਾਹੀਦਾ ਸੀ ਕਿ ਅੰਡਰ ਇਸਲਾਮਿਕ ਲਾਅ ਯੂ ਕੈਨ ਨਾਟ ਬਿਲਡ ਅ ਮਾਸਕ ਓਵਰ ਅਨਦਰ ਹੋਲੀ ਪਲੇਸ। ਐਸੇ ਬਾਬਰੀ ਮਸਜਿਦ ਨਹੀਂ ਹੋਇਆ ਜੀ। ਇਹ ਜਿਹੜੀ ਟਰਕੀ ਦੇ ਅੰਦਰ ਹੈ, ਹਾਜੀਆ ਸੋਫੀਆ, ਕ੍ਰਿਸਚੀਅਨ ਆਰਥੋਡਾਕਸ ਚਰਚ ਦਾ ਕੈਪੀਟਲ, ਉਹਨੂੰ ਮਸਜਿਦ ਬਣਾ ਦਿੱਤਾ। ਡਮੈਸਕਸ ਜਿਹੜੀ ਉਮੈਯਦ ਮਾਸਕ ਹੈ, ਉਹ ਤੇ ਸੇਂਟ। ਦੇਖੋ ਮੈਂ ਹਮੇਸ਼ਾ ਗੱਲ ਕਰਨਾ, ਇੱਕ ਅੱਲਾ ਦਾ ਇਸਲਾਮ ਹੈ, ਇੱਕ ਮੁੱਲਾ ਦਾ ਇਸਲਾਮ ਹੈ। ਮੁੱਲਾ ਦਾ ਇਸਲਾਮ ਜਿਹੜਾ ਹੈ, ਉਹਦੇ ਅੰਦਰ ਮੁੱਲਾ ਬਹਿ ਕੇ ਦੁਨੀਆ ਭਰ 'ਚ ਗੁੰਡਾਗਰਦੀ ਕਰਦਾ। ਜਿਹੜਾ ਔਰੰਗਜ਼ੇਬ ਨੇ ਕਰ ਲਿਆ ਸਿੱਖਾਂ ਦੇ ਨਾਲ, ਉਹ ਵੀ ਸਾਨੂੰ ਪਤਾ। ਮੈਂ ਇਹ ਸਿੱਧੇ ਸਵਾਲ ਦਾ ਸਿੱਧਾ ਜਵਾਬ ਇਸ ਤਰੀਕੇ ਨਾਲ ਲੈਣਾ ਚਾਹੁੰਦਾ ਕਿ ਚਾਹੇ ਅਡਵਾਨੀ ਹੋਵੇ, ਚਾਹੇ RSS ਵਾਲੇ ਹੋਣ, ਚਾਹੇ ਸ਼ਿਵ ਸੈਨਾ ਵਾਲੇ ਹੋਣ, ਜਦੋਂ ਇਹ ਗੱਲ ਕੀਤੀ ਜਾ ਰਹੀ ਹੈ ਸ਼ਰੇਆਮ ਇੱਥੇ ਰਾਜ ਠਾਕਰੇ ਵੱਲੋਂ ਕਿ ਜਿਹੜੇ ਮੁਸਲਮਾਨ ਨੇ ਉਹ ਉਹਨਾਂ ਦੇ ਵਾਸਤੇ ਬਾਰਡਰ ਖੋਲ੍ਹ ਦਿੱਤੇ ਜਾਣ, ਉਹ ਪਾਕਿਸਤਾਨ ਨੂੰ ਜਾਣ, ਉਹਨਾਂ ਵਾਸਤੇ ਮੁਲਕ ਨਹੀਂ ਹੈ, ਉਦੋਂ ਫਿਰ ਤੁਹਾਡਾ ਕੀ ਨਜ਼ਰੀਆ ਹੈ? ਮੇਰਾ ਫਾਰਮੂਲਾ ਜਿਹੜਾ ਹੈ, ਉਹ ਫਰਸਟ ਸਟੈਪ ਇਜ਼ ਦ ਰਿਸਪੌਂਸਿਬਿਲਿਟੀ ਆਫ ਦ ਮੁਸਲਿਮ ਜੀ। ਮੈਂ ਅੱਜ ਤੱਕ ਵੇਟ ਕਰ ਰਿਹਾ ਕਿ ਕਿਸੇ ਇੰਡੀਅਨ ਮੁਸਲਮਾਨ ਨੇ ਆਪਣੇ ਬੱਚੇ ਦਾ ਨਾਂ ਸੂਰਜ ਰੱਖਿਆ ਹੋਏ। ਸ਼ਮਸੁੱਦੀਨ ਤੇ ਸਾਰੇ ਰੱਖਦੇ ਨੇ, ਪਰ ਇਹ ਤਾਂ ਹਿੰਦੂ ਵੀ ਕਰ ਸਕਦੇ ਨੇ। ਹਿੰਦੂ ਕਿਉਂ ਕਰੇਗਾ? ਹਿੰਦੂ ਦੇ ਮੁਲਕ 'ਚ ਆਏ ਨੇ ਕੌਣ? ਅਬਦਾਲੀ ਇੰਡੀਅਨ ਸੀ। ਪਰ ਗੱਲ ਤਾਂ ਫਿਰ ਉਹੀ ਹੋਈ ਨਾ ਵੀ ਜਿਹਦੇ ਮੁਲਕ 'ਚ ਰਹੇ ਤਾਂ ਫਿਰ ਉਹਦਾ ਦਾਬਾ ਸਹਿ ਕੇ ਰਹਿਣਾ। ਨਾ ਨਾ ਨਾ, ਯੂ ਫਰਸਟ ਹੈਵ ਟੂ ਐਕਸੈਪਟ ਦ ਰਿਐਲਿਟੀ। ਮੇਰੀ ਟਰੂਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਦੀ ਗੱਲ ਸੀ,
ਪਹਿਲੇ ਤੁਸੀਂ ਐਕਸੈਪਟ ਕਰੋ ਕਿ ਤੁਸੀਂ ਸਿੱਖਾਂ ਦੇ ਨਾਲ ਮੈਸੇਕਰ ਕੀਤੇ ਨੇ ਮੁਸਲਿਮ ਰੂਲਰਸ ਨੇ। ਇਫ ਯੂ ਡੋਂਟ ਕੰਪਲੇਨ। ਜੀ ਪਹਿਲੇ ਤੁਸੀਂ ਕਹੋ ਕਿ ਜਿਹੜਾ ਤੈਮੂਰ ਨੇ ਕੀਤਾ, ਜਿਹੜਾ ਬਾਬਰ ਨੇ ਕੀਤਾ, ਤੁਸੀਂ ਸਮਝਦੇ ਹੋ ਕਿ ਬਾਬਰ ਨੂੰ ਕੋਈ ਰਾਈਟ ਸੀ ਰਾਮ ਮੰਦਿਰ ਨੂੰ ਤੋੜ ਕੇ ਉੱਥੇ ਮਸਜਿਦ ਬਣਾਉਣ ਦਾ? ਕੋਈ ਮੁਸਲਮਾਨ ਹੈ ਜਿਹੜਾ ਕਹਿ ਸਕਦਾ ਹੈ ਕਿ ਇਹ ਠੀਕ ਹੋਇਆ? not one Muslim I've met says it is right, but ਉਹ ਆਪਸ ਵਿੱਚ ਬੈਠਣਗੇ ਤੇ ਕहेंगे ਹਾਂ ਫਤਿਹ ਸਾਹਿਬ ਗੱਲ ਤੇ ਤੁਸੀਂ ਠੀਕ ਕਹਿ ਰਹੇ ਹੋ, लेकिन एक नॉन मुस्लिम आ जाता नहीं हमारे साथ जुल्म हुआ है, बहुत जुल्म हुआ, हम बर्दाश्त नहीं करेंगे। और तुसी अपनी कम्यूनिटी ਨੂੰ नहीं ਵੇਖਦੇ। ਕਿਸੇ ਇੰਡੀਅਨ ਬੱਚੇ ਦਾ ਨਾਂ ਚਾਂਦ ਵੀ ਦੱਸ ਦਿਓ ਸਰ, ਚਾਂਦ ਕਿਉਂਕਿ ਹਿੰਦੀ ਦਾ ਲਫ਼ਜ਼ ਹੈ ਉਹ ਨਹੀਂ ਰੱਖਣਗੇ, ਆਫਤਾਬ ਅਰਬੀ ਦਾ ਵਰਡ ਹੈ ਉਹ ਆਫਤਾਬ ਰੱਖਣਗੇ। ਕਿਉਂ? ਕਿਆ ਇੰਡੀਅਨ ਵਰਡਸ ਵਿੱਚ ਕੀ ਰਹਿ ਗਿਆ? ਸੁਰਿੰਦਰ ਨਾਂ ਦਾ ਕਿਉਂ ਨਹੀਂ ਮੁਸਲਮਾਨ ਹੋ ਸਕਦਾ? ਇਹ ਕੀ ਗੱਲ ਹੋਈ ਕਿ ਤਾਰਿਕ, ਮੇਰੇ ਮਾਂ ਪਿਓ ਨੇ ਰੱਖਿਆ ਹੋਇਆ ਨਾ ਤਾਰਿਕ ਹੈ ਜਾਏਗਾ ਸਪੇਨ, ਪਤਾ ਨਹੀਂ ਕੀ, ਉਹਨੂੰ ਨਹੀਂ ਪਤਾ ਸੀ ਕਿ ਤਾਰਕ ਵੈਸੇ ਤਰਕ ਤੋਂ ਹੈ ਜਿਹੜਾ ਸੰਸਕ੍ਰਿਤੀ ਵਰਡ ਹੈ। ਲੇਕਿਨ ਸਾਡੀ ਮੈਂਟੈਲਿਟੀ ਵੇਖੋ ਨਾ, ਮੇਰੇ ਛੋਟੇ ਭਰਾ ਦਾ ਨਾਮ ਮਹਿਮੂਦ ਹੈ। ਤੁਸੀਂ ਸਮਝਦੇ ਹੋ ਕਿ ਇੰਡੀਆ ਵਿੱਚ ਬੰਦੇ ਦਾ ਨਾਮ ਮਹਿਮੂਦ ਜਿਨੇ ਮਥੁਰਾ ਤੇ ਹਮਲਾ ਕੀਤਾ, ਬਨਾਰਸ ਤੇ ਕੀਤਾ, ਸੋਮਨਾਥ 17 ਦਫਾ ਜਾ ਕੇ ਲੁੱਟਿਆ ਉਹਨੇ, ਮੁਲਤਾਨ ਵੀ ਐਸੀ ਤੈਸੀ ਕੀਤੀ। ਯੂ ਵਿਲ ਨੇਮ योर ਚਾਈਲਡ ਆਫਟਰ प्लंडरर्स? पहली गलतियां खत्म करो, फिर दिट इज नो एक्सक्यूज फॉर रेडिकल हिंदुत्व पीपल बर्निंग अप के ट्रक के अंदर मझां लैके जा रहे थे, उन्होंने मारता बंदे नूं। ऐ तो नहीं हो सकता कि इंडिया मीट का एक्सपोर्टर भी होए, बीफ का दुनिया का टॉप एक्सपोर्टर है, लेकिन अंदर कह रहे कि नहीं। ए कौन एक्सपोर्ट कर रहा है बीफ? दूजा तुसी पंजाब साइड ते जाओ, हरियाणा साइड ते जाओ, एक मुसीबत बनी है कि इफ इट इज़ अ मेल काओ ਉਹਨੂੰ ਲੋਕੀ ਮਾਰ ਦਿੰਦੇ ਨੇ ਪਹਿਲੇ ਹੀ ਕਿ ਕਰਨਾ ਕੀ ਪਏਗਾ, ਕੀ ਕਰਾਂਗੇ ਅਸੀਂ ਇਹਦਾ? ਨਾ ਨੀਦਰ ਯੂ ਕੈਨ ਸੈਲ ਇਟ, ਨਾ ਯੂ ਕੈਨ ਟ੍ਰੇਡ ਇਟ। ਪੂਰਾ ਜਿਹੜਾ ਉਹ ਟ੍ਰੇਡ ਹੈ ਉਹ ਇੱਕ ਜਿਸ ਤਰ੍ਹਾਂ ਗਨ ਰੱਖੀ ਹੈ। these problems have to be solved in the tradition of ਜਿਹੜਾ ਹਿੰਦੂਇਜ਼ਮ ਦਾ ਪਿਛਲੇ 5000 ਸਾਲ ਦਾ ਹੈ, ਜਿਹੜਾ ਵਾਇਲੈਂਸ ਦੇ ਅੰਦਰ there is no place of violence in the Hindu ethos. That is why they got ਤੁਸੀਂ ਸ਼ੀਆ ਸੁन्नी ਬਾਰੇ ਵੀ ਗੱਲਬਾਤ ਕਰਦੇ ਹੁੰਦੇ, ਉਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਦੇਖੋ ਸੁन्नियां ਮੈਂ ਸਮਝਣਾ, ਮੈਂ ਆਪੇ ਸੁन्नियां ਤੇ I have studied ਵੈਸੇ ਸਾਡੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਵਾਸਤੇ ਤੁਸੀਂ ਥੋੜਾ ਜਿਹਾ ਖੁਲਾਸਾ ਵੀ ਕਰ ਦਿਓ ਕਿ ਸ਼ੀਆ ਸੁन्नी ਦੇ ਵਿੱਚ ਫਰਕ ਕੀ ਹੈ ਜੀ। ਦੇਖੋ ਸ਼ੀਆ ਸੁन्नी ਦਾ ਇੱਕ ਫਰਕ ਹੈ ਕਿ ਜਦੋਂ ਪ੍ਰੋਫਿਟ ਮੁਹੰਮਦ ਦੀ ਡੈਥ ਹੋਈ ਜੀ ਤੇ ਪਹਿਲਾ ਜਿਹੜਾ ਝਗੜਾ ਹੋਇਆ ਉਹ ਇਹ ਸ਼ੀਆ ਸੁन्नी ਦਾ ਨਹੀਂ ਸੀ। ਪਹਿਲਾ ਝਗੜਾ ਹੋਇਆ ਕਿ ਜਿਹੜੇ ਮਦੀਨਾ ਵਿੱਚ ਲੋਕੀ ਸਨ, ਜਿਹੜੇ ਮੈਜੋਰਿਟੀ ਮੁਸਲਮਾਨ ਸੀ, ਉਹਨਾਂ ਨੇ ਕਿਹਾ ਕਿ ਬਈ ਅਸੀਂ ਆਪਣਾ ਬੰਦਾ ਚੁਣ ਲੈਂਦੇ ਹਾਂ। ਲੇਕਿਨ ਜਿਹੜੇ ਮੱਕਾ ਤੋਂ ਆਏ ਸਨ ਲੋਕੀ, ਜਿਹੜੀ ਮਾਈਨੋਰਿਟੀ ਸੀ ਕੁਰੈਸ਼, ਉਹਨਾਂ ਨੇ ਕਿਹਾ ਕਿ ਨਹੀਂ, ਲਾਅ ਇਹ ਹੈ ਕਿ ਕੁਰੈਸ਼ ਦੇ ਲੋਕੀ ਸੁਪੀਰੀਅਰ ਨੇ ਤੇ ਅੰਸਾਰੀ, ਜਿਸ ਤਰ੍ਹਾਂ ਤੁਹਾਡਾ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਇੰਡੀਆ ਦੇ ਅੰਸਾਰੀ ਸਾਹਿਬ, ਉਹ ਬੀ ਗ੍ਰੇਡ ਦੇ ਮੁਸਲਮਾਨ ਨੇ ਤੇ ਅੰਸਾਰੀਜ਼ ਹੈਵ ਟੂ ਆਲਵੇਜ਼ ਸਰਵ ਦ ਕੁਰੈਸ਼। ਇਹ ਡਾਕਟਰੀਨ ਹੈ, ਕੁਰਾਨ ਵਿੱਚ ਨਹੀਂ ਹੈ, ਇਹ ਬੰਦਿਆਂ ਨੇ ਖੁਦ ਬਣਾਈ ਹੈ ਆਪਣੀ। ਓਕੇ, ਕੁਰਾਨ ਦਾ ਆਖਰੀ ਪੇਜ ਹੈ ਕਿ ਅੱਜ ਅਸੀਂ ਤੁਹਾਡੀ ਧਰਮ ਜਿਹੜਾ ਮੁਕੰਮਲ ਕਰਤਾ, ਇਹਦੇ ਬਾਅਦ ਕੁਝ ਨਹੀਂ। ਸਾਰਾ ਸ਼ਰੀਆ ਜਿਹੜਾ ਹੈ ਉਹਦੇ ਬਾਅਦ ਸ਼ੁਰੂ ਕਰ ਦਿੰਦੇ ਮੌਲਵੀ ਲੋਕ। ਹੁਣ ਪਾਵਰ ਦਾ ਜਿਹੜਾ ਫਾਈਟ ਸੀ ਉਹਦੇ ਅੰਦਰ ਸ਼ੀਆ ਸੁन्नी, ਸ਼ੀਆ ਦਾ ਮਤਲਬ ਹੈ ਪਾਰਟੀ, ਠੀਕ ਹੈ। ਇੱਕ ਸ਼ੀਆ ਅਲੀ ਸੀ, ਅਲੀ ਦੀ ਪਾਰਟੀ, ਤੇ ਦੂਜੀ ਸ਼ੀਆ ਉਸਮਾਨ ਸੀ, ਉਸਮਾਨ ਜਿਹੜਾ ਥਰਡ ਕੈਲਿਫ ਸੀ ਉਹਦੀ ਸੀ। The way the third caliph was chosen, ਕਾਉਂਸਲ ਜਿਹੜੀ ਸੀ ਉਹਦੇ ਵਿੱਚ ਸਖਤ ਬੇਈਮਾਨੀ ਹੋਈ, ਇਹ ਸਭ ਨੂੰ ਪਤਾ ਹੈ, ਬੁੱਕਸ ਵਿੱਚ ਲਿਖਿਆ। ਫਿਰ ਉਹਨਾਂ ਨੇ ਨਾ ਸਿਰਫ ਅਲੀ ਨੂੰ ਮਾਰਿਆ ਨਮਾਜ਼ ਪੜ੍ਹਦੇ ਜੀ, ਉਹਨੂੰ ਮਰਡਰ ਕੀਤਾ, ਫਿਰ ਉਹਦੇ ਬੱਚਿਆਂ ਨੂੰ, ਇਮਾਮ ਹੁਸੈਨ ਨੂੰ, ਹਸਨ ਨੂੰ, all the family of the prophet was massacred in Karbala. India was the only place where Shias could call themselves Shias. ਯਕੀਨ ਕਰੋ, ਇਹ ਜਿਹੜੇ ਤੁਹਾਡੇ ਇਰਾਕ ਵਿੱਚ ਵੀ ਨੇ ਨਾ, ਨਜਫ ਦਾ ਇਲਾਕਾ, ਜਿਹੜੇ ਨਹਿਰਾਂ ਨੇ, ਇਹ ਇਲਾਹਾਬਾਦ ਦੇ ਸ਼ੀਆ ਨੇ ਕੰਸਟਰਕਟ ਕਰਾਏ ਸੀ, ਨਹੀਂ ਅਵਧ ਦੇ ਨਵਾਬ ਨੇ ਕੰਸਟਰਕਟ ਕਰਾਏ ਸਨ, ਤੇ ਉਹ ਲੋਕੀ ਸ਼ੀਆ ਹੋਏ ਇੰਡੀਆ ਨੂੰ ਫੋਲੋ ਕਰਕੇ। ਠੀਕ ਹੈ, ਲੇਕਿਨ
ਅਸੀਂ ਆਪਣੀ ਜਿਹੜੀ ਹਿਸਟਰੀ ਹੈ, ਇੰਡੀਆ ਦੀ ਹਿਸਟਰੀ ਇਜ਼ ਟਾਈਡ ਵਿਦ ਮੁਸਲਿਮਸ. ਇੰਡੀਅਨ ਮੁਸਲਿਮਸ ਆਰ ਨਾਟ ਗੋਇੰਗ ਐਨੀਵੇਅਰ. ਇਟ ਇਜ਼ ਪਾਰਟ ਆਫ ਅਸ. ਹਾਊ ਡੂ ਵੀ ਕਮ ਟੂਗੇਦਰ ਇਜ਼ ਦੀ ਬਿਗ ਚੈਲੰਜ. ਉਹਦੇ 'ਚ ਮੇਰੀ ਪੋਜੀਸ਼ਨ ਹੈ ਕਿ ਮੁਸਲਿਮਸ ਹੈਵ ਟੂ ਟੇਕ ਦੀ ਫਰਸਟ ਸਟੈਪ. ਜੀ. They were the invaders and they honor the invaders. ਮੈਂ ਨਹੀਂ ਕਦੀ ਸੁਣਿਆ ਕਿਸੇ ਨੂੰ ਕਹਿ ਕੇ ਔਰੰਗਜ਼ੇਬ ਰੋਡ ਦਾ ਨਾਮ ਬਦਲੋ. ਮੈਂ ਆਪੇ ਕੈਂਪੇਨ ਚਲਾ ਕੇ ਬਦਲਾਈ ਹੈ. ਮੈਂ ਕਿ ਕਾਲਾ ਪੇਂਟ ਬਸ਼ ਲੈ ਕੇ ਜਾਣਾ, 10 ਮੁਸਲਮਾਨ ਵॉलंटियर ਮੇਰੇ ਨਾਲ, ਜਿੱਥੇ ਜਿੱਥੇ ਲਿਖਿਆ ਨਾ ਔਰੰਗਜ਼ੇਬ, ਮੈਂ ਥੱਲੇ ਲਿਖਣਾ ਮੁਰਦਾਬਾਦ. ਜੀ. ਹਾਊ ਕੈਨ ਯੂ ਹੈਵ ਦਿੱਲੀ ਦੇ ਅੰਦਰ ਮੇਨ ਸਟਰੀਟ ਦਾ ਨਾਮ ਔਰੰਗਜ਼ੇਬ ਰੋਡ? ਜੀ. ਲੋਧੀ ਗਾਰਡਨ, ਮੈਨੂੰ ਦੱਸੋ, ਲੋਧੀ ਜਿਹਨੇ ਜਾ ਕੇ ਕਾਸ਼ੀ ਟੈਂਪਲ ਨੂੰ ਤੋੜਿਆ, ਉਹ ਹਿੰਦੂ ਮੰਦਿਰ ਦੇ ਅੱਗੇ ਮਸਜਿਦ ਬਣਾ ਦਿੱਤੀ, ਤੁਸੀਂ ਵੇਖੀ ਹੋਈ? ਜੀ ਜੀ ਜੀ. ਉਹ ਲੋਧੀ ਗਾਰਡਨ ਹੈ. ਕੁਛ ਪੋਲੈਂਡ ਦੇ ਅੰਦਰ ਹਿਟਲਰ ਪਾਰਕ ਹੋ ਸਕਦਾ ਕੋਈ? ਲੋਧੀ ਦਾ ਕੀ ਤਾਲੁਕ ਹੈ ਇੰਡੀਆ ਦੇ ਨਾਲ, ਮੈਨੂੰ ਦੱਸੋ? ਜਿਹੜਾ ਜਿਹਦੇ ਕੋਲ ਫालतू ਟਾਈਮ ਸੀ, ਉਹਨੇ ਕਿਹਾ ਚਲੋ ਇੰਡੀਆ ਚੱਲ ਕੇ ਲੁੱਟੀਏ. ਤੁਸੀਂ ਤੈਮੂਰ ਦੀ ਕਿਤਾਬ ਪੜ੍ਹੋ, ਤੁਸਕੇ ਤੈਮੂਰੀ. ਉਹ ਬਹਿ ਕੇ ਕਹਿੰਦਾ ਹੈ ਕਿ ਮੈਨੂੰ ਖਾਬ ਵਿੱਚ ਆਇਆ ਕਿ ਪ੍ਰੋਫਿਟ ਕਹਿੰਦਾ ਕਿ ਤੂੰ ਜਾ ਕੇ ਇਸਲਾਮ ਫੈਲਾ. ਤੇ ਕਿੱਥੇ ਜਾਈਏ ਅਸੀਂ? ਕਾਫਿਰ ਕਿੱਥੇ ਰਹਿੰਦੇ ਨੇ? ਉਹ ਲੋਕਾਂ ਨੇ ਕਿਹਾ ਕਿ ਇੱਕ ਤਾਂ ਚੀਨ ਵਿੱਚ ਰਹਿੰਦੇ ਨੇ, ਉਹ ਕਰੀਬ ਵਿੱਚ ਹੀ ਹੈ, ਹਿੰਦੁਸਤਾਨ ਵਿੱਚ ਹੀ ਰਹਿੰਦੇ ਨੇ. ਤੇ ਕਿਤੇ ਫਿਰ ਕੀ ਕਰੀਏ? ਬੋਲੇ ਹਿੰਦੁਸਤਾਨ ਜਿਹੜੇ ਨੇ ਉਹ ਪੈਸੇ ਵਾਲੇ ਨੇ, ਚੀਨ ਜਿਹੜੇ ਕਾਫਿਰ ਨੇ ਉਹਨਾਂ ਦੇ ਕੋਲ ਕੁਝ ਨਹੀਂ. ਤਾਂ ਉਹਨੇ ਕਿਹਾ ਚਲੋ ਫਿਰ. ਤੇ ਹੀ ਕੇਮ ਟੂ ਮੁਲਤਾਨ. ਮੁਲਤਾਨ ਵਿੱਚ ਮੁਸਲਮਾਨ ਰਹਿੰਦੇ ਸਨ. ਉਹਨੇ ਪੂਰੇ ਸ਼ਹਿਰ ਨੂੰ ਅੱਗ ਲਾਈ ਕਿ ਇਹ ਹਿੰਦੁਸਤਾਨੀ ਮੁਸਲਮਾਨ, ਤੁਸੀਂ ਹਿੰਦੂਆਂ ਦੇ ਨਾਲ ਰਹਿੰਦੇ ਹੋ, ਯੂ ਡੋਂਟ ਡਿਜ਼ਰਵ ਟੂ ਲਿਵ. ਦਿੱਲੀ ਉਹਨੇ 50-50 ਹਜ਼ਾਰ ਡੇਲੀ ਖੋਪੜੀਆਂ ਦੇ ਪਿਰਾਮਿਡਸ ਬਣਾਏ ਹਿੰਦੂਆਂ ਦੇ. ਚਲਾ ਗਿਆ. ਅੱਜ ਤੱਕ ਤੁਸੀਂ ਇੰਡੀਆ 'ਚ ਬੱਚਿਆਂ ਦੇ ਨਾਂ ਰੱਖਦੇ ਹੋ ਤੈਮੂਰ. ਮੈਂ ਅਗਰ ਹਿੰਦੂ ਆਉਂਦਾ ਮੈਨੂੰ ਗੁੱਸਾ ਨਹੀਂ ਆਉਂਦਾ ਜੀ. ਤੇ ਮੈਂ ਸਿਰਫ ਇਹ ਕਹਿ ਰਿਹਾ ਕਿ ਇੰਨੀ ਵੱਡੀ ਮਾਈਨੋਰਿਟੀ ਦੁਨੀਆ ਦੇ ਅੰਦਰ, ਸਿਰਫ 2 ਮੁਲਕ ਨੇ ਜਿਹਦੇ ਮੁਸਲਮਾਨ ਵੋਟ ਪਾ ਸਕਦਾ, ਜਿਹੜੀ ਜੀ ਇੰਡੀਆ 'ਚ 12% ਨੇ ਤਕਰੀਬਨ ਮੁਸਲਮਾਨ, ਇਜ਼ਰਾਈਲ ਵਿੱਚ 20% ਨੇ ਮੁਸਲਮਾਨ. ਇਹ ਸਿਰਫ 2 ਮੁਲਕ ਨੇ ਜਿਹਦੇ ਵਿਦਆਊਟ ਪ੍ਰੈਸ਼ਰ ਯੂ ਕੈਨ ਵੋਟ ਫॉर ਐਨੀਵਨ. ਮੁਸਲਮਾਨ ਕਿਹਨੂੰ ਹੇਟ ਕਰਦਾ ਹੈ ਸਭ ਤੋਂ ਜ਼ਿਆਦਾ? ਇੰਡੀਆ ਐਂਡ ਇਜ਼ਰਾਈਲ. ਠੀਕ. ਤੇ ਸਾਡੀ ਇਹਨੂੰ ਯੂਜ਼ ਕਰੋ ਨਾ. You should be appreciating these two places or opposing them. ਅੱਜ ਬਲੋਚਿਸਤਾਨ ਵਿੱਚ ਜੰਗ ਹੋ ਰਹੀ ਹੈ, ਮੁਸਲਮਾਨ ਮਾਰਾ ਜਾ ਰਿਹਾ. ਇੰਡੀਆ ਦਾ ਕੋਈ ਮੁਸਲਮਾਨ ਬੋਲਦਾ ਬਲੋਚਿਸਤਾਨ ਵਾਸਤੇ? No. I have never heard anyone. ਉਹਨਾਂ ਨੂੰ ਪਤਾ ਹੀ ਨਹੀਂ ਬਲੋਚਿਸਤਾਨ ਹੈ ਕਿੱਥੇ. ਉਹਨੂੰ ਸਿਰਫ ਚਾਹੀਦਾ ਫਲਸਤੀਨ, ਅਰਬ. ਯਾਨੀ ਇਨਫੀਰੀਅਰਿਟੀ ਕੰਪਲੈਕਸ ਇਹ ਹੋ ਗਈ ਹੈ ਹਿੰਦੁਸਤਾਨ. ਤੁਹਾਡੇ ਯਾਰ ਦੋਸਤ ਗਏ ਹੋਣਗੇ ਮਿਡਲ ਈਸਟ ਕਿ ਕਿਸ ਤਰ੍ਹਾਂ ਅਰਬ ਸਾਨੂੰ ਟਰੀਟ ਕਰਦੇ ਨੇ ਜੀ. ਥੁੱਕਦੇ ਨੇ ਸਾਡੇ ਉੱਤੇ. ਅਸੀਂ ਥੁੱਕ ਚਟਦੇ ਨੇ ਕਿ ਅਰਬ ਦੇ ਕੁੜੀਆਂ ਨਹੀਂ ਵਿਕਦੀ ਹੈਦਰਾਬਾਦ ਵਿੱਚ ਅਰਬਾਂ ਦੇ ਅੱਗੇ $5,000 ਦੀਆਂ. ਫਿਰ ਹਾਊ ਕੈਨ ਵੀ ਐਕਸੈਪਟ ਦਿਸ? ਹਿੰਦੂਜ਼ ਐਂਡ ਮੁਸਲਿਮਸ ਆਰ ਮੈਰਿਡ ਇਨ ਅ ਮੈਰਿਜ ਵੇਅਰ ਦੇਰ ਇਜ਼ ਨੋ ਡਾਈਵੋਰਸ. ਠੀਕ. ਇਹ ਜੋ ਵੀ ਸੋਚਦਾ ਨਾ ਕਿ ਅਲੱਗ ਹੋ ਜਾਣਗੇ, ਇਹ ਨਹੀਂ ਹੋ ਸਕਦੇ. ਇਹ ਸਾਡੀ ਕਿਸਮਤ ਹੈ ਜੀ. ਅਸੀਂ ਨਾਲ ਰਹਿਣਾ. ਤੇ ਹੋ ਸਕਦਾ ਹੈ ਸਿੱਖ ਕੁਝ ਸਾਨੂੰ ਅਕਲ ਦੇ ਦੇਣ, ਕਿਉਂਕਿ ਗੁਰੂ ਨਾਨਕ ਨੇ ਕਿਹਾ ਸੀ, ਗੁਰੂ ਨਾਨਕ ਨੇ ਕਿਹਾ ਕਿ ਨਾ ਹਿੰਦੂ ਹੈ ਨਾ ਮੁਸਲਮਾਨ ਹੈ. ਜੀ ਜੀ. ਸਿੱਖਾਂ ਨੇ ਕਿਹਾ ਚਲੋ ਅਸੀਂ ਆਪਣਾ ਧਰਮ ਬਣਾਉਂਦੇ. ਲੇਕਿਨ ਹੀ ਵਾਸ ਦੀ ਰੋਲ ਮਾਡਲ ਫॉर ਆਲ ਆਫ ਇੰਡੀਆ. ਜੀ. ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਔਰ ਮੈਨੂੰ ਉੱਥੋਂ ਕਰਤਾਰਪੁਰ ਲਾਂਘੇ ਦੀ ਗੱਲ ਯਾਦ ਆਈ ਹੈ. ਪਾਕਿਸਤਾਨੀ ਹਕੂਮਤ ਦੀ ਗੱਲ ਕਰ ਲਈਏ, ਨਵੇਂ ਵਜ਼ੀਰ ਆਜ਼ਮ ਜਿਹੜੇ ਨੇ ਇਮਰਾਨ ਖਾਨ ਹੋਣੀ, ਔਰ ਉਹਦੇ ਮੈਂ ਗੱਲ ਕਰਨੀ ਚਾਹੁੰਦਾ ਕਿ ਪਿੱਛੇ ਜੇ ਬਹੁਤ ਸਾਲ ਜਿਹੜਾ ਫੌਜੀ ਰਾਜ ਰਿਹਾ, ਔਰ ਇੱਥੇ ਵੀ ਇਸ ਤਰੀਕੇ ਨਾਲ ਪ੍ਰਤੀਤ ਹੁੰਦਾ ਹੈ ਕਿ ਜਦੋਂ ਅਜੇ ਉਹਨਾਂ ਨੇ ਸਹੁੰ ਚੁੱਕਣੀ ਸੀ ਔਰ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਗਏ ਹੋਏ ਆ ਤੇ ਜਿਹੜੇ ਫੌਜ ਦੇ ਜਨਰਲ ਨੇ ਬਾਜਵਾ ਸਾਹਿਬ ਉਹਨਾਂ ਨੂੰ ਜੱਫੀ ਦੇ ਵਿੱਚ ਘੁੱਟ ਰਹੇ ਨੇ ਔਰ ਕਹਿ ਰਹੇ ਨੇ ਵੀ ਤੁਹਾਡੇ ਵਾਸਤੇ ਕਰਤਾਰਪੁਰ ਲਾਂਘਾ ਜਿਹੜਾ ਖੋਲ ਦਿੱਤਾ ਜਾਵੇਗਾ. ਇੱਕ ਪਾਸੇ ਜਿਹੜਾ ਬਾਜਵਾ ਦਾ ਕੀ ਤਾਲੁਕ ਹੈ ਕਰਤਾਰਪੁਰ ਦੇ ਨਾਲ? ਮੈਂ ਉਹੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਸੀ ਕਿ ਵੀ ਜਿਹੜਾ ਫੈਸਲਾ ਕਰਨ ਵਾਲਾ ਹੈ ਉਹਨੇ ਤੇ ਜੇ ਸਹੁੰ ਚੁੱਕਣੀ ਹੈ 5 ਮਿੰਟਾਂ ਬਾਅਦ, ਲੇਕਿਨ ਸਰ ਉਹਨੇ ਉਹ ਵਿਚਾਰੇ ਜੀ ਬੜਾ, ਮੈਂ ਹੁਣ ਕੀ ਕਹਾਂ, ਉਹਨੂੰ ਇੰਗਲਿਸ਼ ਵਿੱਚ ਇਮ ਦਾ ਡਿਮ ਕਹਿੰਦੇ ਨੇ ਜੀ. ਉਹਦੀ ਬੱਤੀਆਂ ਡਿਮ ਹੋਈਆਂ ਨੇ. ਠੀਕ ਹੈ. ਡਫਰ ਟਾਈਪ ਦਾ ਬੰਦਾ ਹੈ ਸਰ ਜੀ. ਉਹ ਕਿਹੜਾ ਬੰਦਾ 65 ਸਾਲ ਦੀ ਉਮਰ ਵਿੱਚ ਘੋੜੇ ਤੇ ਜਾ ਕੇ ਸ਼ਾਦੀ ਕਰਾ ਕੇ ਦੁਲਾ ਬਣ ਕੇ ਜਾਂਦਾ ਹੈ? ਮਾਂ ਨਾਲ ਕੋ ਸ਼ਰਮ ਦੀ ਗੱਲ ਹੈ. ਜਾ ਕੇ ਚੁੱਪ ਕਰਕੇ ਕਰਾ ਸ਼ਾਦੀ. ਉਹ ਹੁਣ ਪਤਾ ਨਹੀਂ ਕਿਹਦੇ ਨਾਲ ਸ਼ਾਦੀ ਹੋ ਗਈ ਉਹਦੀ. ਉਹ ਨੰਗੇ ਪੈਰ ਚਲਾ ਗਿਆ ਸਾਊਦੀ ਅਰੇਬੀਆ ਮਿਲਣ. ਉਹ ਸਾਊਦੀ ਕਿੰਗ
ਵੇਖ ਰਿਹਾ ਉਹਨੂੰ ਕਿ ਵੀ ਜੁੱਤੀਆਂ ਕਿਉਂ ਨਹੀਂ ਹਨ। ਉਹਨੇ ਕਿਹਾ ਇਹ ਪਾਕ ਜ਼ਮੀਨ ਹੈ ਤੇ ਜੁੱਤੀਆਂ ਨਹੀਂ ਪਾ ਸਕਦੇ। ਉਹਨੇ ਕਿਹਾ ਤੇਰੀ ਮੱਤ ਮਾਰੀ ਕਿੱਥੋਂ ਲੈ ਕੇ ਆ ਗਿਆ ਅੰਦਰ। ਤੇ ਨਾਲ ਉਹ ਕੁੜੀ ਬੈਠੀ ਮੱਥੇ ਤੇ ਪਾ ਕੇ। ਮੈਨੂੰ ਨਹੀਂ ਲੱਗਦਾ ਕਿ ਉਹਦੇ ਅੰਦਰ ਲੜਕੀ ਵੀ ਹੈ ਜਾਂ ਨਹੀਂ ਹੈ, ਹੋ ਸਕਦਾ ਕੋਈ ਫੌਜੀ ISI ਦਾ ਬੰਦਾ ਬੈਠਾ ਹੋ, ਕਿਉਂਕਿ ਹਾਊ ਕੈਨ ਹੀ ਬੀ ਪ੍ਰਾਈਮ ਮਿਨਿਸਟਰ, ਹੀ ਹੈਜ਼ ਨੈਵਰ ਵਰਕਡ ਇਨ ਹਿਜ਼ ਲਾਈਫ। ਸਰ ਉਹਨੇ 9 to 5 ਜੋਬ ਹੀ ਨਹੀਂ ਕੀਤੀ ਜ਼ਿੰਦਗੀ 'ਚ ਜੀ। ਇਹੀ ਸਾਡਾ ਪ੍ਰੋਬਲਮ ਹੈ ਨਾ ਕਿ ਜਿਸ ਬੰਦੇ ਨੇ ਕੋਈ ਜੋਬ ਨਹੀਂ ਕੀਤੀ ਉਹ ਬਿਕੋਜ਼ somebody else is there, ਉਹ ਬਿਲਕੁਲ ਆਪਣੇ ਟਰੂਡੋ ਟਾਈਪ ਦਾ ਹੋ ਗਿਆ ਨਾ ਕਿ ਨੌਕਰੀ ਨਹੀਂ ਕੀਤੀ ਲੇਕਿਨ ਅੱਬਾ ਮੇਰਾ ਪ੍ਰਾਈਮ ਮਿਨਿਸਟਰ ਸੀ, ਹੁਣ ਮੈਂ ਪ੍ਰਾਈਮ ਮਿਨਿਸਟਰ ਬਣਾਂਗਾ। ਇਹ ਨਹੀਂ ਚੱਲ ਸਕਦਾ ਸਰ ਜੀ। ਤੇ ਪਾਕਿਸਤਾਨ ਇਜ਼ ਇਨ ਬੈਡ ਸ਼ੇਪ ਜੀ, ਕਿਉਂਕਿ ਆਰਮੀ ਜਿਹੜੀ ਹੈ ਉਹ ਬਿਸਕਿਟ ਤੋਂ ਲੈ ਕੇ ਕੌਰਨਫਲੇਕ, ਸੀਮੈਂਟ, ਐਟਮ ਬੰਬ, ਜੋ ਤੁਸੀਂ ਕਹੋ ਪਾਕਿਸਤਾਨ ਵਿੱਚ ਫੌਜ ਬਣਾਉਂਦੀ ਹੈ। ਤੇ ਪਾਕਿਸਤਾਨੀ ਜਨਰਲਾਂ ਦੀ ਫੋਟੋ ਤੁਸੀਂ ਵੇਖੀ ਹੋਏਗੀ ਜੀ ਜੀ, ਉਹ ਮੈਡਲ ਲੱਗੇ ਹੁੰਦੇ ਨੇ। ਉਹ ਕੋਈ ਪੁੱਛੇ ਖੁਦਾ ਦੇ ਵਾਸਤੇ ਕਿੱਥੋਂ ਆਏ ਨੇ, ਉਹ ਤੂੰ ਕੀ ਪਟਾਕਾ ਮਾਰਿਆ, ਕਿੱਧਰ ਤੁਸੀਂ ਹਰ ਜਗ੍ਹਾ ਸਰੈਂਡਰ ਕਰਦੇ ਹੋ ਤੇ ਮੈਡਲ ਤੁਹਾਡੇ ਇਸ ਤਰ੍ਹਾਂ ਲੱਗੇ ਨੇ ਜਿਸ ਤਰ੍ਹਾਂ ਮਾਰਸ਼ਲ ਮਾਨਿਕ ਸ਼ਾਹ ਜਿਸ ਤਰ੍ਹਾਂ ਖੜਿਆ। ਇਹ ਤਾਂ ਸ਼ਰਮਬੇਗ ਗੈਰਤ ਲੋਕ ਨੇ ਸਰ, ਇਹ ਲੁੱਟ ਗਏ ਪਾਕਿਸਤਾਨ ਨੂੰ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਕਿ ਇੰਨੀਆਂ ਜੰਗਾਂ ਹੋਈਆਂ ਕਸ਼ਮੀਰ ਦੇ ਮਸਲੇ ਨੂੰ ਖਾਸ ਤੌਰ ਦੇ ਉੱਪਰ ਲੈ ਕੇ, ਤੁਹਾਡੇ ਮੁਤਾਬਿਕ ਇਹ ਕਿਵੇਂ ਹੱਲ ਹੋਏਗਾ ਜੀ ਕਸ਼ਮੀਰ ਦਾ ਮਸਲਾ? ਪਾਕਿਸਤਾਨ ਟੁੱਟੇਗਾ ਤੇ ਕਸ਼ਮੀਰ ਦਾ ਹੱਲ ਕਸ਼ਮੀਰੀਆਂ ਨੂੰ ਖੁਦ ਪਤਾ ਚੱਲ ਜਾਏਗਾ। ਕਸ਼ਮੀਰੀਆਂ ਨੇ ਅੱਖਾਂ ਮਤ ਮਾਰੀ ਹੈ, ਉਹ ਨਹੀਂ ਵੇਖਦੇ ਜਿਹੜਾ ਕੋਟ ਐਂਡ ਕੋਟ ਆਜ਼ਾਦ ਕਸ਼ਮੀਰ ਹੈ ਉੱਥੇ ਕੀ ਹੋਇਆ ਜੀ। ਤੁਹਾਨੂੰ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਨੋ ਪੂਰੇ ਪਾਕਿਸਤਾਨ ਵਿੱਚ there is not one person who can speak ਕਸ਼ਮੀਰੀ। ਉਹਨਾਂ ਨੇ ਲੈ ਕੇ ਪੂਰੀ ਕਸ਼ਮੀਰੀ ਜ਼ਬਾਨ ਵਾਈਪ ਆਊਟ ਕਰਤੀ। ਠੀਕ ਹੈ, ਹਰ ਕਸ਼ਮੀਰੀ ਨੂੰ ਉਰਦੂ ਪੜਾ ਕੇ ਨਾ। ਤੇ ਦਿਸ ਇਜ਼ ਦੀ ਕਸ਼ਮੀਰ। ਬਲਤਿਸਤਾਨ ਸਾਈਡ ਤੇ ਜਾਓ ਜੀ, ਉਹਨਾਂ ਦੀ ਜ਼ਬਾਨ ਮਿਲਦੀ ਹੈ ਭੂਟਨੀਜ਼ ਤੇ ਟਿਬੇਟਨ ਤੋਂ। ਉਹਨਾਂ ਕੀ ਤਾਲੁਕ ਪਾਕਿਸਤਾਨ ਤੋਂ? ਉਹ ਆਪੇ ਕਹਿੰਦੇ ਨੇ ਵੀ ਆਰ ਇੰਡੀਅਨ ਟੈਰੀਟਰੀ। ਤੁਹਾਨੂੰ ਯਕੀਨ ਹੈ ਕਿ ਪਾਕਿਸਤਾਨ ਇੱਕ ਦਿਨ ਟੁੱਟੇਗਾ? ਸਰ ਮੈਨੂੰ ਇੱਕ ਦੱਸੋ, ਕੋਈ ਦੁਨੀਆ ਦੀ ਤਾਰੀਖ ਵਿੱਚ ਪਿਛਲੇ ਕੋ 500 ਸਾਲ ਲੈ ਲਓ ਜੀ, 200 ਸਾਲ ਲੈ ਲਓ, ਕਿਉਂਕਿ ਕੰਟਰੀਜ਼ ਹੈਵ ਐਗਜ਼ਿਸਟਿਡ ਫॉर ਓਨਲੀ ਅਬਾਊਟ 200 years ਬਾਰਡਰਸ ਦੇ ਨਾਲ। ਕੋਈ ਕੰਟਰੀ ਹੈ ਜਿਹੜਾ ਐਕਰੋਨਿਮ ਹੋਏ? ਪਾਕਿਸਤਾਨ ਇਜ਼ ਐਕਰੋਨਿਮ ਨਾ, P for ਪੰਜਾਬ, A for ਅਫਗਾਨਿਸਤਾਨ, ਫਿਰ K for ਕਸ਼ਮੀਰ, S for ਸਿੰਧ ਐਂਡ ਤਾਨ for ਬਲੂਚਿਸਤਾਨ। ਉਹਦੇ ਅੰਦਰ ਬੰਗਾਲ ਨਹੀਂ ਸੀ। ਪਹਿਲੇ ਦਿਨ ਤੋਂ ਉਹਨਾਂ ਨੇ ਫਰਾਡ ਕੀਤਾ ਬੰਗਾਲ ਦੇ ਨਾਲ। ਉਹਨੇ ਕਿਹਾ ਤੁਸੀਂ ਦਫਾ ਹੋ ਜਾ, ਤੁਸੀਂ ਕਿੱਥੋਂ ਆ ਗਏ ਸਾਡੇ ਪਿੱਛੇ। ਲੇਕਿਨ ਉਹ ਜਿੱਤੇ ਸਿਰਫ ਇੱਕ ਸਟੇਟ ਵਿੱਚ ਸੀ। 46 ਦੇ ਇਲੈਕਸ਼ਨ ਵਿੱਚ ਸਿਰਫ ਇੱਕ ਸਟੇਟ ਵਿੱਚ ਮੁਸਲਿਮ ਲੀਗ ਦੀ ਗਵਰਨਮੈਂਟ ਸੀ, ਉਹ ਬੰਗਾਲ ਸੀ ਜੀ। ਅੱਛਾ, ਤੇ ਐਕਰੋਨਿਮ ਟਾਈਪ ਦਾ ਕੋਈ ਕੰਟਰੀ ਹੈ ਹੀ ਨਹੀਂ। ਇੱਕ ਹੁੰਦਾ ਸੀ USSR, ਤੁਹਾਨੂੰ ਯਾਦ ਹੋਏਗਾ ਉਹਦਾ ਕੀ ਹੋਇਆ। ਅੱਛਾ, UAE ਇੱਕ ਹੁੰਦਾ ਸੀ, ਯੂਨਾਈਟਿਡ ਅਰਬ UAR, ਯੂਨਾਈਟਿਡ ਅਰਬ ਰਿਪਬਲਿਕ। ਸੀਰੀਆ ਤੇ ਇਜਿਪਟ ਇੱਕ ਹੁੰਦੇ ਸਨ ਜੀ। ਇਹ ਮੁਮਕਿਨ ਹੀ ਨਹੀਂ ਹੈ। ਦੇਸ਼ ਹੁੰਦੇ ਨੇ ਕਾਮਨ ਹੈਰੀਟੇਜ ਤੋਂ। ਜਦ ਤੁਸੀਂ 65% ਪਾਕਿਸਤਾਨੀ ਪੰਜਾਬੀ ਹੋਏ ਤੇ ਪੰਜਾਬੀ ਜ਼ਬਾਨ ਤੇ ਉਹ ਪਾਬੰਦੀ तो किसी होर ने नहीं लाई, पंजाबी ने खुद लाई। हमारी मादरी जबान उर्दू है। कभी सुनिया पाकिस्तान के प्राइम मिनिस्टर इंफॉर्मेशन मिनिस्टर ने टीवी से, दे कांट स्पीक एनी लैंग्वेज, ना इंग्लिश ना पंजाबी ना उर्दू, कोई नहीं आती। वो बनावटी जिहा एक मुल्क बनाया तुसी पाकिस्तान। ना सिंध रहना चाहता। पश्तूना की तुसी आपस मूवमेंट देखी हो, जो पश्तून तहफ़ुज़ मूवमेंट है, 10-10 लाख बंदा आ जाता है एक जलसे च। पीस नॉन वायलेंट स्ट्रगल है। बलूचिस्तान का तुहानू पता है 71 ईयर्स हो गए ने गवर्नमेंट ऑफ पाकिस्तान इन्वेडेड द इंडिपेंडेंट कंट्री ऑफ बलूचिस्तान जी, और दी एम्बेसी दिल्ली सी ते कराची विच सी। दे इन्वेडेड इट, टुक इट ओवर जी। ते you cannot artificially hold this. India survives because of its constitution. ਜਿਹੜੇ ਰਾਈਟਸ ਨੇ ਮਾਈਨੋਰਿਟੀਜ਼ ਨੂੰ, ਲੈਂਗੁਏਜਿਸ ਨੂੰ, ਤੁਸੀਂ ਵੇਖੋ ਐਵਰੀ ਲੈਂਗੁਏਜ ਇਨ ਇੰਡੀਆ ਇਜ਼ ਰੈਕਗਨਾਈਜ਼ਡ ਜੀ। ਚਾਹੇ ਤਾਮਿਲ ਨੇ, ਮਲਿਆਲੀ ਹੈ, ਤੁਸੀਂ ਕਨੜਾ ਵੇਖੋ, ਆਸਮੀਜ਼ ਵੇਖੋ, ਪੰਜਾਬੀ ਹੈ। ਦੋਜ਼ ਲੈਂਗੁਏਜਿਸ ਹੈਵ are respected and developed with pride जी। ਇਹ ਪਾਕਿਸਤਾਨ ਜਿਹੜਾ ਹੈ ਉਹਦੀ ਨੈਸ਼ਨਲ ਲੈਂਗੁਏਜ ਇੰਡੀਅਨ ਹੈ। ਠੀਕ, ਇਹ ਪੁੱਠੀ ਗੰਗਾ ਨਹੀਂ ਜਾ ਰਹੀ।
कि you could make Punjabi your national language. जी, जी। 65% of Pakistanis are Punjabi. ਬਿਲਕੁਲ No. ਠੀਕ। ਉਹਨੇ ਕਿਹਾ ਨਹੀਂ ਉਰਦੂ। ਉਹ ਜਿਹੜੀ ਲਖਨਊ ਵਿੱਚ ਬੋਲਦੇ ਨੇ ਨਾ ਉਹ ਸਾਡੀ ਜ਼ਬਾਨ ਹੈ। That is why it can't survive. It could have survived if it was a federation and if it was an ally of India. लेकिन तुसी ते आज़ादी दे एक हफ्ते बाद गांधी जी ने पैसा ट्रांसफ़र करवाया from Delhi to Karachi, and Jinnah Sahib asked the invasion of Kashmir. A war crime, because the Pakistani soldiers were in civilian uniform. जी बिल्कुल अहमद खिदर वाली गाल है कि when you are in battle outside a uniform, then you commit a war crime. एग्जैक्टली These are laws of war. ਤੇ ਤੁਸੀਂ ਹਜ਼ਾਰਾਂ tribals ਭੇਜਤੇ श्रीनगर. What happened? Why did you have to go there? So many crimes have been committed in the name of Pakistan. How many people have died in jail who are my friends? ਚਲੋ ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ। ਰੋਸੇ ਹੋਣ ਹੈਗੇ ਤੁਹਾਡੇ ਨਾਲ, ਤੁਹਾਡੇ ਮੰਤਕ ਨੇ, ਤੁਹਾਡੇ ਲੌਜਿਕ ਨੇ ਪਾਕਿਸਤਾਨ ਨੂੰ ਲੈ ਕੇ, ਪੈਦਾ ਹੋਏ ਉੱਥੇ, ਕਦੀ ਜਾਣ ਨੂੰ ਮਨ ਕਰਦਾ ਹੁਣ ਉੱਥੇ? ਮਰਨ ਦਾ ਸ਼ੌਕ ਹੋਏਗਾ ਤਾਂ ਚਲੇ ਵੀ ਜਾਵਾਂਗੇ। ਉਹ ਕੀ ਹੈ ਮੁਨੀਰ ਨਿਆਜ਼ੀ ਦਾ ਕਿ ਕੁਝ ਸ਼ਹਿਰ ਦੇ ਲੋਕ ਦੁਸ਼ਮਣ ਸਨ, ਕੁਝ ਆਪੇ ਮਰਨ ਦਾ ਸ਼ੌਕ ਵੀ ਸੀ। ਨਹੀਂ ਛੁੱਟ ਗਏ ਸਾਰੇ, ਕਿਉਂਕਿ ਮੈਂ ਲਾਸਟ ਗਿਆ ਸੀ ਉੱਥੇ 2006 ਵਿੱਚ। ਉਹ ਵਰਲਡ ਸੋਸ਼ਲ ਫੋਰਮ ਸੀ ਅਤੇ ਕੁਝ ਸਾਡੇ ਨਾਲ ਦੇ ਯਾਰ ਦੋਸਤ ਜਿਹੜੀ ਯੂਨੀਵਰਸਿਟੀ ਨੇ ਉਹ ਉੱਥੇ ਇੰਟੈਲੀਜੈਂਸ ਬਿਊਰੋ ਦੇ ਟੌਪ ਬਿਊਰੋਕਰੈਟ ਵੀ ਹਨ। ਜੀ They told me to get out as soon as possible. ਜੀ ਤੇ ਉਹਨਾਂ ਦਾ ਰੀਜ਼ਨਿੰਗ ਸੀ ਕਿ ਤੁਸੀਂ ਕੈਨੇਡਾ ਵਿੱਚ ਜਿਹੜਾ ਸ਼ਰੀਆ ਇੰਟਰੋਡਿਊਸ ਹੋ ਰਿਹਾ ਸੀ, ਪਾਕਿਸਤਾਨ ਨੇ ਆਪਣੇ ਲੋਕੀ ਭੇਜੇ ਸਨ ਇੱਥੇ, ਜੀ and we defeated that. We banned Sharia application in family law in Ontario and Quebec. ਤੇ ਉਹਦੀ ਦੁਸ਼ਮਣੀ ਜਿਹੜੀ ਹੈ ਉਹ ਨਹੀਂ ਬਰਦਾਸ਼ਤ ਕਰ ਸਕਦੇ। ਜੀ ਮੈਂ ਇੱਕ ਤੁਹਾਡੇ ਕੋਲ ਪਹਿਲਾਂ ਵੀ ਸਵਾਲ ਦੇ ਵਿੱਚ ਤੁਹਾਡੇ ਕੋਲ ਜਾਣਨਾ ਚਾਹਿਆ ਸੀ ਉਹ ਖੁਲਾਸਾ ਕਿ ਉਹ ਜਿਹੜਾ ਦੌਰ ਸੀ ਕਿ ਜਦੋਂ ਤੁਹਾਨੂੰ ਪਾਕਿਸਤਾਨ ਛੱਡਣਾ ਪਿਆ ਜੀ, ਉਹ ਥੋੜਾ ਜਿਹਾ ਵੇਰਵਾ ਸਾਨੂੰ ਤਫਸੀਲ ਦੇ ਨਾਲ ਦੱਸੋਗੇ ਜੀ? ਹੋਇਆ ਹੈ ਕਿ ਮੈਂ ਟੈਲੀਵਿਜ਼ਨ ਵਿੱਚ ਪ੍ਰੋਡਿਊਸਰ ਸਾਂ ਜੀ ਤੇ ਭੁੱਟੋ ਸਾਹਿਬ ਦਾ ਤਖਤਾ ਉਲਟਾ ਗਿਆ ਜੀ ਤੇ ਫੌਜ ਹੈ ਜ਼ਿਆਉਲ ਹਕ ਜੀ ਬਹੁਤ ਹੀ ਖਰਾਬ ਬੰਦਾ ਹੈ, ਮਹਾਨ ਨਾਲ ਪਤਾ ਨਹੀਂ ਕਿੱਥੋਂ ਤੁਸੀਂ ਜਲੰਧਰ ਤੋਂ ਸੀ ਸਾਡੇ ਮੈਂ ਮਾਫ ਕਰਨਾ, ਮੈਨੂੰ ਉਸਤਾਦ ਦਾਮਨ ਹੁਣਾਂ ਦਾ ਇੱਕ ਹੋਰ ਜਿਹੜਾ ਜੀ ਉਹ ਸ਼ੇਰ ਯਾਦ ਆ ਗਿਆ। ਮੇਰੇ ਖਿਆਲ ਨਾਲ ਉਹਨਾਂ ਨੇ ਜ਼ਾਇਲ ਹੱਕ ਬਾਰੇ ਲਿਖਿਆ ਸੀ, ਜਦੋਂ ਕਹਿੰਦੇ ਸੀ ਕਿ ਵੀ ਕੀ ਕਰੀ ਜਾਣਾ ਹੈ, ਕੀ ਕਰੀ ਜਾਣਾ ਹੈ, ਲਈ ਲੋਈ ਜਾਣਾ ਹੈ, ਖਿੱਚੀ ਦਰੀ ਜਾਣਾ ਹੈ, ਕਦੀ ਸ਼ਿਮਲੇ ਜਾਣਾ ਹੈ, ਕਦੀ ਅਮਰੀਕਾ ਜਾਣਾ ਹੈ, ਕਦੀ ਰੂਸ ਜਾਣਾ ਹੈ, ਤੜਾ ਤੂਸ ਜਾਣਾ ਹੈ, ਕੌਮ ਦਾ ਤੂੰ ਕੱਢੀ ਫਲੂਸ ਜਾਣਾ ਹੈ, ਕੀ ਕਰੀ ਜਾਣਾ ਹੈ, ਕੀ ਕਰੀ ਜਾਣਾ ਹੈ। He was a great man. ਜੀ ਹਾਂ, ਉਸਤਾਦ ਦਾਮਨ ਕਮਾਲ ਬੰਦੇ ਜੀ ਸਰ, ਬੜੇ ਵਧੀਆ ਲੋਕ ਰਹਿੰਦੇ ਨੇ ਪਾਕਿਸਤਾਨ ਜੀ, ਲੇਕਿਨ ਡਾਇਰੈਕਸ਼ਨ ਹੋ ਰਿਹਾ। ਜੀ ਤੁਸੀਂ ਸਪਿਨ ਬੋਲਿੰਗ ਕਰਦੇ ਹੋ ਅਗਰ ਤੇ ਤੁਹਾਨੂੰ ਓਪਨਿੰਗ ਬੋਲਿੰਗ ਦੇ ਕੀ ਕਰੋਗੇ ਤੁਸੀਂ? ਜੀ ਤੁਹਾਡਾ ਬਾਲ ਹੀ ਸ਼ਾਈਨ ਕਰ ਰਿਹਾ, ਤੁਸੀਂ ਕਿਸ ਤਰ੍ਹਾਂ ਸਪਿਨ ਕਰੋਗੇ? ਪਾਕਿਸਤਾਨੀ ਬੜੀ ਮਜ਼ੇਦਾਰ ਲੋਕ ਨੇ ਜੀ। ਤੁਸੀਂ ਪੰਜਾਬ ਚਲੇ ਜਾਓ, ਯੂ ਵਿਲ ਲਾਫ ਐਵਰੀ ਡੇ ਆਫ ਯਰ ਲਾਈਫ। ਮੈਨੂੰ ਜਾਣ ਦਾ ਮੌਕਾ ਮਿਲਿਆ ਜੀ। ਅੱਛਾ, 24 ਘੰਟੇ ਲੋਕੀ ਹੱਸਦੇ ਨੇ ਉੱਥੇ। ਜਿਹੜੀ ਤੁਹਾਨੂੰ ਈਸਟ ਪੰਜਾਬ ਜਿਹੜਾ ਹੈ ਉਧਰ ਤੁਸੀਂ ਮਰਾਸੀਆਂ ਨੂੰ ਨਹੀਂ ਵੇਖਿਆ, ਜਿਹੜੇ ਸਾਡੇ ਇਹ ਸਟੈਂਡ ਅਪ ਕਾਮੇਡੀ ਜਿਹੜੀ ਹੈ ਨਾ ਐਸੀ ਇਜਾਦ ਕੀਤੀ ਪੰਜਾਬ ਵਿੱਚ, ਵੈਸਟ 'ਚ ਨਹੀਂ ਹੈ। ਬਟ ਇਫ ਯੂ ਆਰ ਡਾਇਰੈਕਟਿੰਗ trying to be an Arab when you are a Punjabi, what will you be? वो कव्वा चले हंस की चाल, वो वही गाल है ना, अपनी चाल भूल गए। तो we are like the कव्वास of Punjab, वो अपनी चाल ही भूल गए सी। The day this is restored, sanity will prevail. देखो पूरे इंडिया ਵਿੱਚ ਪੰਜਾਬ ਇਲਾਕਾ ਦੀ ਜਿੱਥੇ ਹਿੰਦੂ ਮੁਸਲਿਮ ਸਿੱਖ ਫਸਾਦ ਕੋਈ ਨਹੀਂ ਹੁੰਦਾ ਸੀ, ਬਿਲਕੁਲ ਠੀਕ। ਉਹਨਾਂ ਨੇ ਕਿਹਾ ਇਹਨੂੰ ਕੱਟੋ, ਬਿਲਕੁਲ ਠੀਕ। They destroyed us. ਜੀ Punjab is the mother of India, sir. ਮਹਾਭਾਰਤ ਉੱਥੇ। ਬਿਲਕੁਲ ਠੀਕ। Can you imagine ਕਿ ਜਿੱਥੇ ਮਹਾਭਾਰਤ ਪੂਰਾ ਹੋਇਆ 3000 years ago, ਉਹ ਇੰਡੀਆ ਤੋਂ ਕੱਟ ਕੇ ਕਹਿੰਦੇ ਤਾਂ ਇਹ ਗੰਗਾ ਜਮਨਾ ਤਹਿਜ਼ੀਬ ਹੈ। ਖੁਦਾ ਦੇ ਵਾਸਤੇ ਕਿਹੜੀ ਤਹਿਜ਼ੀਬ, ਕਿਹੜੀ ਗੰਗਾ ਜਮਨਾ ਤਹਿਜ਼ੀਬ ਕਹਿੰਦੇ ਹੋ? Indus Valley is from where India comes. India, Indus। ਅੱਜ ਤੁਸੀਂ ਕਿਸੇ ਇੰਡੀਅਨ ਸਟੂਡੈਂਟ ਨੂੰ ਪੁੱਛੋ, ਉਹਨੂੰ ਪਤਾ ਹੀ ਨਹੀਂ ਕਿ ਇੰਡਸ ਵੈਲੀ ਕੀ ਹੁੰਦਾ। ਉਹਨੂੰ ਪਤਾ ਹੋਏਗਾ ਹੜੱਪਾ ਕੀ ਹੈ, ਉਹਨੂੰ ਇਹ ਨਹੀਂ ਪਤਾ ਕਿ ਹੜੱਪਾ ਪਾਕਿਸਤਾਨ ਵਿੱਚ ਹੈ। ਜੀ ਤੇ ਇਹ ਮਿਸਟੇਕਸ ਕਰੈਕਟ ਹੋਣ ਵਾਲੀਆਂ ਨੇ।
टूटना ज़रूरी नहीं है, लेकिन फौज क्योंकि बिजनेस चला रही है, वो अब देखो फौज विच अफसर कौन जाता है, 12वीं पास करके जाता है ना जी उन्हें यूनिवर्सिटी नहीं कभी गए, जिन्ना साहब भी कभी कॉलेज नहीं गए, जी पता है जी। तुहानू? नहीं मैंने ਇਹਦੇ बस ਬਾਰੇ मैट्रिक पास, ठीक है बिस्मिल्लाह गुड मैन लालटेन। जिस तरह प्लम्बर जाता है, लॉयर अप्रेंटिस लॉ की डिग्री भी नहीं है इन्हां दे कोल। ਇਹ ਅਨਪੜ੍ਹ ਟਾਈਪ ਦੇ ਜਾਹਿਲ ਮੋਟੇ ਖਬੀਸ ਜਨਰਲ ਪਾਕਿਸਤਾਨ ਦੇ ਇਹ ਪਾਕਿਸਤਾਨ ਤੋੜਨਗੇ। ਮੈਂ ਤਾਂ ਨਹੀਂ ਤੋੜ ਸਕਦਾ, ਲੇਕਿਨ ਆਈ ਕੈਨ ਕੈਲਕੂਲੇਟ ਵਾਟ ਦੇ ਹੈਵ ਡਨ। ਤੇ ਮੈਂ ਉਹ ਪੁੱਛ ਰਿਹਾ ਸੀ ਤੁਹਾਡੇ ਕੋਲ ਕਿ ਤੁਹਾਨੂੰ ਕਿਹੜੀਆਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਉਦੋਂ ਛੱਡਣਾ ਪਿਆ ਜੀ? ਹਾਂ, ਸੋ ਆਈ ਵਾਜ਼ ਚਾਰਜ ਵਿਦ ਸੈਡੀਸ਼ਨ ਇਨ 1977 ਤੇ ਦੇਰ ਵਾਜ਼ ਅ ਮਾਰਸ਼ਲ ਲਾਅ ਟ੍ਰਾਈਬਿਊਨਲ। ਇਹ ਤੀਜੀ ਵਾਰੀ ਜਦੋਂ ਤਿੰਨੋਂ ਮਾਰਸ਼ਲ ਲਾਅ ਮੈਂ ਇਹਨਾਂ ਦੇ ਅਫਸਰਾਂ ਦੇ ਨਜ਼ਰ 'ਚ ਆਇਆ, ਐਂਡ ਦੇ ਟਰਾਈਡ ਮੀ ਇਨ ਐਬਸੈਂਸ ਐਂਡ ਡਿਕਲੇਅਰਡ ਮੀ ਐਜ਼ ਐਂਟੀ ਸਟੇਟ, and I could not have, I was not allowed to take a job. मैं की करांगा फिर? तो I was a journalist, लेकिन उत्थे एडवर्टाइजिंग एजेंसी बन रही सी साउदी अरेबिया च, ते साडे एक बुजुर्ग ने, ही इज़ पास्ड अवे नाउ, वो भी बॉम्बे दे सन, उन्होंने कहा मियाँ तुम यहाँ से निकलो, हमारे साथ चलो, अब सहाफत छोड़ो, एडवर्टाइजिंग करो, झूठ लिखना सीखो। Advertising is basically you know switching from the truth to lies जी, वरना एडवर्टाइजिंग की जरूरत ही नहीं होती। बिल्कुल। तो उन्हें कहा तेरा काम है कि हुन कोई चुप करके, फैमिली तेरी एक बेटी है, बीवी है, तो he took me to Saudi Arabia. There I was there for 10 years in advertising. ਤੇ ਬੱਚੀਆਂ ਨੇ ਤਾਂ ਬੀਵੀ ਨੇ ਕਦੀ ਨਹੀਂ ਕਿਹਾ ਕਿ ਬਈ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਖੁੱਲਾ ਬੇਬਾਕ ਬੋਲਦੇ ਹੋ, ਆਪਣੀ ਜਿਹੜੀ ਤੁਹਾਡੀ ਥਿੰਕਿੰਗ ਆ ਜਾਂ ਤੇ ਉਹਨੂੰ ਥੋੜਾ मेरी ਜਿਹੜੀ ਵੱਡੀ लड़की है वो भी इन्ना ही बोलती है, वो CBC ਤੇ ਐਂਕਰ ਹੈ, ਮੈਂ ਨਾ ਨਹੀਂ ਲੈਣਾ ਜੀ ਕਰਦੀ। ਛੋਟੀ ਮੇਰੀ ਜਿਹੜੀ ਪੈਦਾ ਹੋਈ ਸੀ ਉੱਥੇ ਸਾਊਦੀ ਅਰੇਬੀਆ, ਸ਼ੀ ਇਜ਼ ਆਟਿਸਟਿਕ, ਤੇ ਸ਼ੀ ਲਿਵਸ ਵਿਦ ਅਸ। ਉਹ ਅੱਲਾ ਦਾ ਕੀ ਕਹਿੰਦੇ ਨੇ, ਸ਼ੀ ਇਜ਼ ਲਾਈਕ ਦੀ ਗਿਫਟ ਫਰੋਮ ਗੋਡ, ਕਿਉਂਕਿ ਦੇ ਕੈਨ ਨੈਵਰ ਲਾਈ। ਆਟਿਸਟਿਕ ਬੱਚੇ ਜਿਹੜੇ ਹੁੰਦੇ ਨੇ ਨਾ, ਉਹ ਝੂਠ ਨਹੀਂ ਬੋਲ ਸਕਦੇ ਜੀ। ਤੇ ਮੈਂ ਤੇ ਇਹ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਟੈਲ ਡੈਡੀ ਇਜ਼ ਨਾਟ ਐਟ ਹੋਮ, तो दरवाजे पे जाके कहती थी डैडी has said daddy is not at home. they say sometimes, but my wife is my main pillar. ਜੀ। ਤੇ ਉਸ ਤੋਂ ਬਾਅਦ ਮਤਲਬ ਕੀ ਮਹਿਸੂਸ ਕੀਤਾ ਜਦੋਂ ਇੱਕਦਮ ਪਾਕਿਸਤਾਨ ਦੇ ਵਿੱਚੋਂ ਤੁਹਾਨੂੰ, ਮਤਲਬ ਤੁਸੀਂ ਪਾਕਿਸਤਾਨ ਤੁਹਾਨੂੰ ਛੱਡਣਾ ਪਿਆ ਤੇ ਫਿਰ ਸਾਊਦੀ ਅਰਬ ਰਹਿਣਾ ਪਿਆ? ਮੈਂ ਫਿਰ ਇੱਧਰ ਆਇਆ ਕਿਉਂਕਿ ਪਾਕਿਸਤਾਨ ਤਾਂ ਜਾ ਹੀ ਨਹੀਂ ਸਕਦਾ ਸੀ ਮੈਂ ਜੀ। ਇੱਕ ਵਾਰੀ ਬੇਨਜ਼ੀਰ ਭੁੱਟੋ ਨੇ ਵੀ ਕਿਹਾ ਸੀ, ਉਹ ਸ਼ੀ ਵਾਜ਼ ਇਨ ਸਾਊਦੀ ਅਰੇਬੀਆ, ਮਿਲੀ ਵੀ ਮੈਨੂੰ। ਮੈਂ ਕਿਹਾ ਨਹੀਂ, ਇਹ ਚੱਲ ਨਹੀਂ ਸਕਦਾ ਮੈਡਮ, ਦਿਸ ਇਜ਼ ਬੇਸਡ ਔਨ ਲਾਈਜ਼। ਜਿਹੜਾ ਸਟਰਕਚਰ ਲਾਈਜ਼ 'ਤੇ ਬੇਸਡ ਹੁੰਦਾ ਨਾ, ਉਹਦੇ ਪ੍ਰੋਬਲਮ ਸੋਲਵ ਨਹੀਂ ਹੋ ਸਕਦੇ ਜੀ। ਇੰਡੀਆ ਦਾ ਜਿਹੜੇ ਪ੍ਰੋਬਲਮਸ ਉਹ ਸਾਰੇ ਸੋਲਵ ਹੋ ਸਕਦੇ ਨੇ ਜੀ। ਨਿਰਭਇਆ ਦੀ ਜਿਹੜਾ ਪੂਰਾ ਕੇਸ ਸੀ, ਪੂਰਾ ਲਾਅ ਬਦਲਿਆ, ਪੂਰਾ ਸ਼ਹਿਰ ਉੱਠ ਖੜਾ ਹੋਇਆ, ਕਿੰਨੇ ਚੇਂਜ ਆਇਆ। ਤੇ ਸਾਡੇ ਤੁਸੀਂ ਵੇਖੋ 15 ਕੁੜੀਆਂ ਨੂੰ ਲੈ ਕੇ, ਹਿੰਦੂਆਂ ਬੱਚੀਆਂ ਨੂੰ ਮੁਸਲਮਾਨ ਬਣਾ ਕੇ ਉਹਨੂੰ ਰੇਪ ਕਰਕੇ ਫਿਰ ਕਹਿੰਦੇ ਕਿ ਉਹਨਾਂ ਨੇ ਉਹ ਤਾਂ ਮੁਸਲਮਾਨ ਹੋ ਗਏ ਨੇ, ਹੁਣ ਅਸੀਂ ਕੀ ਕਰੀਏ? ਕਿਉਂਕਿ ਮੁਸਲਮਾਨ ਹੋਣ ਦੇ ਬਾਅਦ ਤੁਸੀਂ ਛੱਡਣ ਜਾਓ ਤਾਂ ਤੁਹਾਡੀ ਗਰਦਨ ਉਡਾ ਦਿੰਦੇ। ਇਹਦੇ ਅੰਦਰ ਐਂਟਰੀ ਹੈ, ਐਗਜ਼ਿਟ ਨਹੀਂ ਹੈ। ਤੇ ਹਾਊ ਕੈਨ ਸੱਚ ਅ ਸੋਸਾਇਟੀ ਪ੍ਰੋਗਰੈਸ? ਯੂ ਹੈਵ ਟੂ ਆਸਕ ਦਿਸ ਸੈਲਫ ਕਿ ਵਾਈ ਇਜ਼ ਐਵਰੀ ਅਰਬ ਕੰਟਰੀ ਸੋ ਬੈਕਵਰਡ? ਤੇ ਇੰਡੋਨੇਸ਼ੀਆ ਮੁਸਲਿਮ ਕੰਟਰੀ ਹੈ ਜਿਹੜਾ ਆਪਣਾ ਹਿੰਦੂ ਹੈਰੀਟੇਜ ਹੈ ਉਹਨੂੰ ਓਨ ਕਰਦੀ ਹੈ। ਗਰੂਦਾ 에ਅਰਲਾਈਨਸ ਹੈ, ਇਮੈਜਿਨ ਕਰੋ ਪਾਕਿਸਤਾਨ ਨੇ ਰੱਖ ਸਕਦਾ ਉਹ ਗਰੂਦਾ 에ਅਰਲਾਈਨ, ਮਾਰ ਕੇ ਜਹਾਜ਼ ਤੋੜ ਦੇਣੇ ਸੇ। ਦੇ ਆਰ ਪ੍ਰੋਗਰੈਸਿੰਗ। ਸੋ ਟੋਟੈਲਿਟੀ ਦੇ ਵਿੱਚ ਤੁਸੀਂ ਮੁਸਲਿਮ ਸਮਾਜ ਨੂੰ ਕੀ ਕਹਿਣਾ ਚਾਹੋਗੇ? ਇਸਲਾਮਿਕ ਵਰਲਡ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਹੈ? ਨੇਸ਼ਨ ਸਟੇਟ ਦੇ ਅੰਦਰ ਜੀ ਸਮਾਜ ਧਰਮ ਦਾ ਇੱਕ ਕੰਮ ਹੈ, ਮੋਰਲ ਕੰਪਸ। ਜੀ, ਦੈਟਸ ਇਟ। ਸਿਆਸਤ and religion, there is no connection. ਤੁਸੀਂ ਜਿਹੜੀ ਫੋਨੈਟਿਕ ਨੇ ਕੱਟੜਤਾ ਹੈ ਖਤਮ ਹੋਣੀ कोई ਚਾਹੀਦੀ। करे, चाहे वो पूरा हिंदू देश बनाना चाहन या खालिस्तानी होन या पाकिस्तानी इस्लामिक होन, ਇਹ हो ही नहीं सकता ਜੀ जब तक तुसी नेशन स्टेट ਨੂੰ ਇੱਕ ਕਾਮਨ ਹੈਰੀਟੇਜ, ਕਾਮਨ ਕਲਚਰ, ਕਾਮਨ ਕੁਜ਼ੀਨ, ਕਾਮਨ ਲੈਂਗੁਏਜ। ਛੋਟੇ ਜਿਹੇ ਮੁਲਕ ਨੇ ਸਰ, ਜਮੈਕਾ ਹੈ, ਕਿਟਸ ਆਈਲੈਂਡ ਹੈ, ਤੁਸੀਂ ਵੇਖੋ ਐਕਵਾਡੋਰ ਹੈ,
आइसलैंड है, छोटे छोटे मुल्क 5-6 मिलियन ਦੇ ਮੁਲਕ ਨੇ, ਲੈਟਵੀਆ ਹੈ, ਲਿਥੁਏਨੀਆ ਹੈ, ਐਸਟੋਨੀਆ, ਫਿਨਲੈਂਡ, ਇਹਨਾਂ ਨੂੰ ਠੀਕ ਹੈ ਮੁਲਕ ਹੋਣਾ। ਅਸੀਂ ਲੈ ਕੇ ਕੋ ਹੰਡਰਡਸ ਆਫ ਮਿਲੀਅਨਸ ਜੋੜ ਕੇ, ਇਟਸ ਅ ਮਿਰਕਲ, ਕਿਉਂਕਿ ਇੰਡੀਆ 'ਚ ਕੌਨਸਟੀਟਿਊਸ਼ਨ ਹੈ ਜੀ, ਇਟਸ ਅ ਰਿਪਬਲਿਕ, ਪਹਿਲੇ ਦਿਨ ਤੋਂ ਇਟ ਇਜ਼ ਅ ਰਿਪਬਲਿਕ, ਕਿਸੇ ਦੀ ਓਨਰਸ਼ਿਪ ਨਹੀਂ ਹੈ, ਲੇਕਿਨ ਮਿਸਯੂਜ਼ ਕਰੋਗੇ ਤੇ ਮਾਰੇ ਜਾਓਗੇ ਜੀ। ਤੇ ਪਾਕਿਸਤਾਨ, I don't feel ill will for them, but मैं बलूचिस्तान की आज़ादी दी मूवमेंट, I am involved with them since 1967। जी। मेरी जिंदगी च नहीं थे, अगले जिंदगी किसी और दी जिंदगी च आज़ादी तो होएगी। हो ही नहीं सकता कि एक मुल्क ते कब्जा कर लिया है तो उन्हें आज़ादी ना मिले। ਸੋ ਇੱਕ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਤੁਸੀਂ ਬੇਬਾਕ ਨਿਡਰ ਬੋਲਦੇ ਹੋ, ਪਾਕਿਸਤਾਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਫਲਾਣਾ ਜਿਹੜਾ ਉਹ ਵੀ ਮੇਰੇ ਵਾਂਗ ਬੋਲਦਾ ਹੈ, ਜਾਂ ਹਸਨ ਨਿਸਾਰ ਹੋਇਆ ਜਾਂ ਕੋਈ ਹੋਰ ਹੋਏ? ਜਾਂ देखो, एक फिर मेरी द मार्क्स इन मी मेक्स इन, जब ਤੁਸੀਂ ਆਪਣੀ ਵੈਲਥ ਨੂੰ ਐਗਜ਼ਿਬਿਟ ਕਰੋਗੇ ਜੀ, ਠਾਠੇ ਮਾਰੋਗੇ, ਮੇਰਾ ਫਾਰਮ ਹਾਊਸ, ਇੱਥੇ ਸਿਗਾਰ ਪਾਇਆ ਅਤੇ ਵੱਡੀ ਵੱਡੀ ਗੱਲਾਂ ਕਰੋਗੇ, ਇਨ ਦੀ ਐਂਡ ਯੂ ਵਿਲ have no respect for ordinary people, and that is what happens। Hasan Nisar भी game हार जाता है, कहंदा गल है, लेकिन this love for personal कि मैं कह रहा, मैं क्या सी, ए मैं नू पहले मारो, ये बहुत ज़रूरी है जी। you have to kill your own self to be able to understand the truth। बहुत ने पाकिस्तान, इंडिया तो ज़्यादा पाकिस्तान विच मैनू लोकी मिलते हैं जेडे ਇਹ ਸੋਚਦੇ ਨੇ ਕਿ ਨੇਸ਼ਨ ਬਿਲਡਿੰਗ ਇਜ਼ ਅ ਕਨਸਟੀਟਿਊਸ਼ਨਲ ਪ੍ਰੋਸੈਸ, ਨਾਟ ਅ ਰਿਲੀਜੀਅਸ ਪ੍ਰੋਸੈਸ ਜੀ। ਤੇ ਪਾਕਿਸਤਾਨ ਜਦੋਂ ਟੁੱਟੇਗਾ, ਥੀਸ ਪੀਪਲ ਵਿਲ ਇਮਰਜ ਐਂਡ ਬਿਊਟੀਫੁਲ ਕੰਟਰੀਜ਼ ਵਿਲ ਇਮਰਜ। ਤੁਸੀਂ ਪਸ਼ਤੂਨਾਂ ਨੂੰ ਵੇਖੋ ਸਰ, ਕਿੰਨੀ ਵਾਰ ਟਾਈਪ ਦੇ ਲੋਕੀ ਉਹਨਾਂ ਗਫਾਰ ਖਾਨ ਨੂੰ ਫੋਲੋ ਕਰਕੇ ਪੀਸ ਮੂਵਮੈਂਟ ਚਲਾਈ ਜੀ, ਬੰਦੂਕਾਂ ਛੱਡ ਦਿੱਤੀਆਂ ਨੇ। 6 months after Pakistan was made, 600 Khudai Khidmatgar of the Ghaffar Khan were shot dead on a river on the orders of Muhammad Ali Jinnah। इस समझ में माफ कर दिया। 600। What was the crime? That they supported Bacha Khan। कोई हिस्ट्री बुक च नहीं है। बारबरा, तुसी गूगल करना बारबरा and you will find the massacre of Barbara। ਤੇ ਇਹ ਪਸ਼ਤੂਨਾਂ ਦੇ ਦਿਲਾਂ ਤੇ ਲਿਖਿਆ, ਸਾਡੇ ਨਾਲ ਇਹ ਕੀਤਾ ਇਹਨਾਂ ਲੋਕਾਂ ਨੇ। ਆਏ ਇੰਡੀਆ ਤੋਂ, ਉਰਦੂ ਸਾਡੇ ਉੱਤੇ ਪਾਤੀ ਤੇ ਫਿਰ ਸਾਨੂੰ ਲੈਕਚਰ ਦੇ ਰਹੇ ਕਿ ਤੁਸੀਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ। ਇਹ ਤਾਂ ਨਹੀਂ ਹੋ ਸਕਦਾ ਸਰ। ਇਹ ਮਿਲਣਗੇ, ਪੰਜਾਬ ਇੱਕ ਦਿਨ ਇੱਕ ਹੋਏਗਾ। ਮੈਂ ਤਾਂ ਕਹਿੰਦਾ ਖਾਲਿਸਤਾਨ ਵਾਲੇ ਬਣਾਉਣੇ ਤਾਂ ਲਾਹੌਰ ਨੂੰ ਕੈਪੀਟਲ ਬਣਾ ਦੇ, ਮੈਂ ਵੀ ਨਾਲ। ਮੈਂ ਗੱਲ ਕਰਨ ਲੱਗਾ ਸੀ ਕਿ ਇੱਥੇ ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਿਮ ਵੀ ਨੇ, ਸੋ ਕੈਨੇਡਾ 'ਚ ਰਹਿ ਰਹੇ ਹੋ, ਸੋ ਥੋੜੀ ਜਿਹੀ ਕੈਨੇਡਾ ਦੀ ਸਿਆਸਤ ਬਾਰੇ ਵੀ ਗੱਲਬਾਤ ਕਰ ਲਈ ਜਾਵੇ। ਇਹਨੂੰ ਕਿਸ ਤਰ੍ਹਾਂ ਲੈਂਦੇ ਸਰ? ਬੜੇ ਭੈੜੇ ਦੌਰ ਨੇ ਸਾਡੇ। ਪ੍ਰਾਈਮ ਮਿਨਿਸਟਰ ਵੇਖੋ, ਉਹਨੇ ਕਦੀ ਨੌਕਰੀ ਨਹੀਂ ਕੀਤੀ, ਉਹ ਪ੍ਰਾਈਮ ਮਿਨਿਸਟਰ ਬਣ ਗਿਆ। ਇਹ ਤਾਂ ਬਿਲਕੁਲ ਉਹਦੀ ਗੱਲ ਹੋ ਗਈ ਨਾ ਆਪਣੇ ਇੰਡੀਆ ਵਿੱਚ, ਜਿਹੜਾ ਤੁਹਾਡਾ ਰਾਹੁਲ ਗਾਂਧੀ ਹੈ, ਕਿ ਬੰਦੇ ਨੇ ਨੌਕਰੀ ਨਾ ਕੀਤੀ ਹੋਏ ਕੋਈ, ਉਹ ਕਹਿੰਦੇ ਮੇਰਾ ਅੱਬਾ ਸੀ ਪ੍ਰਾਈਮ ਮਿਨਿਸਟਰ ਤੇ ਮੈਂ ਵੀ ਬਣਾਂਗਾ ਪ੍ਰਾਈਮ ਮਿਨਿਸਟਰ। ਇਹ ਤਾਂ ਨਹੀਂ ਹੋ ਸਕਦਾ ਨਾ। ਪਾਕਿਸਤਾਨ ਵਿੱਚ ਵੀ ਇਹ ਬਿਲਾਵਲ ਭੁੱਟੋ ਦਾ ਇਹ ਟ੍ਰੈਂਡ ਬੜਾ ਡੇਂਜਰਸ ਹੈ ਸਰ। ਬਿਲਕੁਲ, ਕਿ ਰਾਜਿਆਂ ਦੇ ਪੁੱਤਗਾਂ ਰਾਜੇ ਬਣਨਾ। ਯਾਰ ਅਸੀਂ ਰਿਵਰਸ ਗੇਅਰ ਜਾ ਰਹੇ ਹਾਂ। ਇਹਦਾ ਮਤਲਬ ਹੈ ਸ਼ਾਸਤਰੀ ਜੀ ਕਦੀ ਪ੍ਰਾਈਮ ਮਿਨਿਸਟਰ ਹੋ ਹੀ ਨਹੀਂ ਸਕਦੇ ਸੀ ਫਿਰ। ਵੈਰੀ ਬਰੇਵ ਮੈਨ, ਅਨਬਿਲੀਵੇਬਲ। ਮੈਂ ਕਹਾਂ ਅੰਡਰਰੇਟਡ ਹੈ। ਸ਼ਾਸਤਰੀ ਵਾਜ਼ more courageous than Indira Gandhi any time। Indira Gandhi ਤੇ ਖੈਰ ਉਹ ਰਾਣੀ ਬਣਨ ਦਾ ਸ਼ੌਕ ਹੋ ਗਿਆ ਸੀ ਨਾ ਫਿਰ। ਜੀ ਜੀ, that's a different issue and she has her own crimes that she committed। but ਇੱਧਰ ਰਹਿ ਕੇ ਵੀ ਅਸੀਂ ਨਹੀਂ ਸਿੱਖਿਆ। ਤੇ your point was about Canadian politics। ਦੇਖੋ, ਇੱਕ ਤਾਂ ਸਾਡੀ ਆਪਣੀ ਕਮਿਊਨਿਟੀ 'ਚ ਬੜਾ is a very fine intelligent man ਆਪਣਾ ਜਗਮੀਤ ਜਿਹੜਾ ਧਲੀਵਾਲ, ਉਹ he's a very smart man। his coming, whether he wins or doesn't matter। the fact that he is there is of great accomplishment of Canada and the community as well। लेकिन अगर जगमीत ਨੂੰ push ਕੀਤਾ ਕਿ ਖਾਲਿਸਤਾਨ ਤੇ ਬੋਲ, he will be destroyed the next day। ਠੀਕ ਹੈ। ਇਹ ਜਿਹੜੀ ਪੂਰੀ ਐਸਐਨਸੀ ਲੈਵਲ ਇਨ ਦਾ ਕੇਸ ਹੋਇਆ,
it shows that when you have an incompetent prime minister running the affairs of a country who has no respect for rule of law, ਜੀ then you have a serious problem at hand. And the conservative leader, Mr. Scheer, is a fine man, but I think the women in his front bench are far more eloquent. ਜੀ ਜਿਹੜੀ ਉਹਦੀ ਡਿਪਟੀ ਲੀਡਰ ਹੈ ਜਾਂ ਰੈਂਪਲ ਹੈ, they are done very well. But this vote will come in October, ਜਦੋਂ ਵੀ ਹੋਇਆ, on the issue of whether ਜੀ you can trust a man like Trudeau to be prime minister or not. Just 2 days ago, he was making fun of the Aboriginals who came to asking about an Aboriginal community in Northern Ontario. ਤੇ ਉਹਦਾ ਮਜ਼ਾਕ ਉਡਾ ਰਹੇ, ਬਿਲਕੁਲ ਜੈਸੇ ਸਕੂਲ ਵਿੱਚ ਨਹੀਂ ਸੀ ਹੂਟਿੰਗ ਕਰਦੇ ਸਾਂ। He was making fun of them and then he apologized. So we have very weak leadership at the top. ਇੱਕ ਜ਼ਮਾਨਾ ਸੀ Ed Broadbent, Jean Chrétien, Joe Clark, Brian Mulroney. Whether you agree with them or not, they had a certain stature. ਜੀ We don't have that right now. I think the Liberals will be defeated. I think so. ਤਾਰਿਕ ਸਰ, ਤਾਰਿਕ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਕਿਉਂਕਿ ਸਵਾਲਾਂ ਦੀ ਲੜੀ ਜੇ ਬਹੁਤ ਲੰਬੀ ਹੈ, ਲੇਕਿਨ ਜਿਹੜਾ ਸਮਾਂ ਹੈ ਨਾ ਪ੍ਰੋਗਰਾਮ ਦਾ, ਤੁਹਾਨੂੰ ਪਤਾ ਹੈ ਕਿ ਵੀ ਪ੍ਰੋਫੈਸਰ ਮੋਹਨ ਸਿੰਘ ਹੋਣੀ ਸਾਡੇ ਇੱਧਰ ਚੜ੍ਹਦੇ ਪੰਜਾਬ ਦੇ ਸ਼ਾਇਰ ਹੋਏ, ਕਹਿੰਦੇ ਵੀ ਸਮੇਂ ਨੂੰ ਜਿੰਨਾ ਮਰਜ਼ੀ ਪੂਛ ਫੜ ਕੇ ਰੱਖੋ, ਲੇਕਿਨ ਉਹਨੇ ਤਾਂ ਆਪਣੀ ਰਵਾਇਤ ਰਫਤਾਰ ਮੁਤਾਬਕ ਲੰਘਦੇ ਹੀ ਜਾਣਾ, ਚਲਾ ਜਾਂਦਾ ਅੱਗੇ ਅੱਗੇ। ਹਾਂਜੀ ਸੋ ਬਹੁਤ ਖੂਬਸੂਰਤ, ਮੈਨੂੰ ਵੀ ਮਿਲ ਕੇ ਬਹੁਤ ਵਧੀਆ ਲੱਗਾ ਜੀ। ਔਰ ਸਾਡੇ ਜਿਹੜੇ ਪ੍ਰਾਈਮ ਏਸ਼ੀਆ ਦੇ ਵਿਊਅਰਸ ਨੇ, ਸੋ ਉਹਨਾਂ ਨੇ ਵੀ ਤਾਰਿਕ ਫਤਿਹ ਹੋਣਾ ਦੇ ਨਾਲ ਜਿਹੜਾ ਆਨੰਦ ਮਾਣਿਆ ਹੋਗਾ, ਉਹਨਾਂ ਦੇ ਤੜਕਦੇ ਫੜਕਦੇ ਗਰਜਵੇਂ ਔਰ ਬੇਬਾਕ ਜਿਹੜੇ ਉਹਨਾਂ ਦੇ ਵਿਚਾਰ ਨੇ। ਔਰ ਜਿਹੜੀ ਗੱਲ ਮੈਂ ਨੁਕਤੇ ਤੇ ਪਹੁੰਚਿਆ, ਜਿਹੜੀ ਉੱਭਰ ਕੇ ਸਾਹਮਣੇ ਆਈ ਇਹ ਗੱਲ ਉਹ ਇਹ ਹੈ ਕਿ ਵੀ ਉਹ ਨੇਕੀ, ਇਮਾਨਦਾਰੀ ਔਰ ਸੱਚਾਈ ਦੇ ਜਿਹੜੇ ਉਦਾਹਰਣੀ ਨੇ। ਤਾਰਿਕ ਫਤਿਹ ਸਾਹਿਬ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ, ਇਨਸਾਨੀਅਤ ਨੂੰ ਮੁਹੱਬਤ ਕਰਦੇ ਨੇ। ਤੇ ਫਤਿਹ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਔਰ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਜੀ। ਔਰ ਅੱਗੇ ਤੋਂ ਵੀ ਅਸੀਂ ਤੁਹਾਨੂੰ ਬੇਨਤੀ ਕਰਾਂਗੇ, ਤੁਸੀਂ ਪ੍ਰਾਈਮ ਮਿਨਿਸਟਰ ਦੇ ਜੀ ਅਸੀਂ ਐਕਸਟੈਂਡਡ ਵਾਰੰਟੀ ਤੇ ਚੱਲ ਰਹੇ ਹਾਂ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਸ਼ੇਰ ਜਿਹੜਾ ਜੀ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ, ਉਹ ਹੈ ਕਿ ਵੇਦਾਂ ਚੋਂ ਹਿੰਦੂ ਨੂੰ ਅਜੇ ਭਗਵਾਨ ਨਹੀਂ ਲੱਭਾ, ਵੇਦਾਂ ਵਿੱਚੋਂ ਹਿੰਦੂ ਨੂੰ ਅਜੇ ਭਗਵਾਨ ਨਹੀਂ ਲੱਭਾ, ਮੱਕੇ ਚੋਂ ਮੁੱਲਾ ਨੂੰ ਅਜੇ ਈਮਾਨ ਨਹੀਂ ਲੱਭਾ। ਉਸ ਇਨਸਾਨ ਨੂੰ ਅਸਮਾਨ ਚੋਂ ਭਗਵਾਨ ਕੀ ਲੱਭੇ ਜਿਸ ਇਨਸਾਨ ਨੂੰ ਇਨਸਾਨ ਚੋਂ ਅਜੇ ਇਨਸਾਨ ਹੀ ਨਹੀਂ ਲੱਭਾ। ਸੋ ਇਸ ਸ਼ੇਰ ਦੇ ਨਾਲ ਤੁਸੀਂ ਮੈਨੂੰ ਦਿਓ ਇਜਾਜ਼ਤ, ਕਿਉਂਕਿ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੈ। ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ ਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।